काफ़ी देर तो ये रौला पै रहा सी और ये बगावत उठ गई है। और मैनू लगता है कि जो नज़र आ रहा है कि जिहड़ा टकसाली अकाली मेन जिहड़ा बादलों का अकाली दल उहदे तो अलग हो जाएगा। ਜਿਹੜੇ ਪੁਰਾਣੇ ਅਕਾਲੀ ਸਨ ਉਹ ਇਹਨਾਂ ਨੂੰ ਛੱਡ ਕੇ ਚਲੇ ਜਾਣਗੇ। ਲੁਧਿਆਣੇ ਵਿਖੇ ਇਕੱਠ ਕਰਕੇ ਇਹ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੀ ਆਪਣੀ ਨਵੀਂ ਪਾਰਟੀ ਜਿਹੜੀ ਸ਼ੁਰੂ ਕੀਤੀ ਹੈ ਉਹਦਾ ਨਾਂ ਸ਼ੁਰੂ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਉਹਦੇ ਨਾਲ ਪੰਜਾਬ ਦੀ ਔਰ ਖਾਸ ਤੌਰ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉੱਤੇ ਸਵਾਲ ਪੈਦਾ ਹੋ ਗਿਆ ਉਹਦੇ ਭਵਿੱਖ ਦੇ ਉੱਤੇ। ਢੀਂਡਸਾ ਸਾਹਿਬ ਨੇ ਜਿਹੜੀ ਹੁਣ ਨਵੀਂ ਜਿਹੜੀ ਆਪਣੀ ਪਾਰਟੀ ਦੀ ਜਿਹੜੀ ਨੀਂਹ ਪੱਥਰ ਰੱਖਿਆ ਉਹ ਉਹਨਾਂ ਇਲੈਕਸ਼ਨਾਂ ਦੀ ਤਿਆਰੀ ਦੇ ਵਿੱਚ ਇਹ ਸਾਰਾ ਕੰਮ ਸ਼ੁਰੂ ਹੋਇਆ ਹੈ। ਔਰ ਅਗਰ 2002 ਦੀ ਹਿਸਟਰੀ ਹੁਣ ਰਿਪੀਟ ਹੁੰਦੀ ਹੈ 2022 ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਵਿੱਚ ਕੋਈ ਰੋਕ ਨਹੀਂ ਸਕੇਗਾ। ਅਤੇ 2002 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਾਂਭਣ ਲਈ ਪ੍ਰਕਾਸ਼ ਸਿੰਘ ਬਾਦਲ ਮੌਜੂਦ ਸੀ। ਉਹ 5 ਵਾਰ ਪੰਜਾਬ ਦੇ CM ਰਹੇ ਥੇ। ਜੋ ਉਹਨਾਂ ਦਾ ਕੱਦ-ਕਾਠ, ਜੋ ਉਹਨਾਂ ਦੀ ਸੂਝ-ਬੂਝ, ਜੋ ਉਹਨਾਂ ਨੇ ਪਾਰਟੀ ਜਿਹੜੀ ਸੀ ਆਪਣੇ ਹੱਥੋਂ ਬਣਾਈ ਸੀ ਉਹ ਅਵੇਲੇਬਲ ਸੀ। ਹੁਣ ਇਸ ਵੇਲੇ ਉਹ ਬਿਲਕੁਲ ਬੈਕਗਰਾਊਂਡ ਦੇ ਵਿੱਚ ਹੈ ਔਰ ਸਾਰੀ ਦੀ ਸਾਰੀ ਜਿਹੜੀ ਬਾਗਡੋਰ ਹੈਗੀ ਪਾਰਟੀ ਦੀ ਉਹ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਹੈ। ਔਰ ਸੁਖਬੀਰ ਸਿੰਘ ਬਾਦਲ ਨੇ ਆਪਣੇ 10 ਸਾਲ ਦੀ ਕਾਰਗੁਜ਼ਾਰੀ ਵਿੱਚ ਉਹ ਦੱਸਿਆ ਕਿ ਉਹ ਹਰ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਸੁਖਬੀਰ ਬਾਦਲ ਨੂੰ ਉਹ ਜਿਹੜੀ ਪੁਰਾਣੀ ਜਿਹੜੀ ਸੂਝ-ਬੂਝ ਆ ਜਿਹੜੀ ਸਿਆਸੀ ਜਿਹੜੀ ਬਿਹਤਰਵਾਦੀ ਹੈ ਉਹ ਹੋਣੀ ਚਾਹੀਦੀ, ਉਹ ਅਵੇਲੇਬਲ ਨਹੀਂ ਹੋਏਗੀ। ਅਕਾਲੀ ਦਲ ਭਾਵੇਂ ਅੱਗੇ ਵੀ ਅਲੱਗ ਹੋਏ ਆ, ਬਣਦੇ ਰਹੇ ਨੇ, ਨੁਕਸਾਨ ਪਹੁੰਚਦੇ ਰਹੇ ਨੇ, ਪਰ ਫਿਰ ਵੀ ਅਕਾਲੀ ਦਲ ਦੇ ਬਾਦਲ ਸੀ ਇਹਨਾਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਸੀ ਹੋ ਸਕਿਆ। ਪਰ ਇਸ ਵਾਰ ਜਿਹੜਾ ਨੁਕਸਾਨ ਹੋਣ ਜਾ ਰਿਹਾ ਵਾ ਉਹਦੇ ਕਈ ਕਾਰਨ ਆ। ਇੱਕ ਤੇ ਇੱਕ ਵੱਡੀ ਲੀਡਰਸ਼ਿਪ ਇਹਨਾਂ ਕੋਲੋਂ ਜਿਹੜੀ ਆ ਉਹ ਹੋ ਗਈ ਆ, ਮੁੱਖ ਮੋੜ ਗਈ ਆ। ਦੂਸਰਾ ਪੰਥਕ ਏਜੰਡਾ ਜਿਹੜਾ ਸੀ ਉਹ ਅਕਾਲੀ ਦਲ ਆਪਣਾ ਖੋ ਚੁੱਕਾ। ਜਿਸ ਨਾਂ ਦੇ ਉੱਤੇ ਅਕਾਲੀ ਦਲ ਨੇ ਅੱਜ ਤੱਕ ਢਡੋਰਾ ਪਿੱਟ ਕੇ ਪੰਜਾਬ ਦੇ ਲੋਕਾਂ ਤੋਂ ਵੋਟ ਲਈ ਆ ਪੰਥ ਦੇ ਨਾਂ, ਕਿਉਂਕਿ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਮਸਲੇ ਉਹ ਤੇ ਭੁੱਲ ਗਿਆ ਸਾਰੀਆਂ ਗੱਲਾਂ, ਉਹ ਆਪਾਂ ਪਹਿਲਾਂ ਵੀ ਗਾਲਾਂ ਕਰਦੇ ਹਾਂ। ਇਹ ਜਿਹੜੀ ਐਸੀ ਪੰਥਕ ਵੋਟ ਜਿਹੜੀ ਇਹਨਾਂ ਦੀ ਕੀਤੀ ਆ ਨਾ ਉਹਦਾ ਫਾਇਦਾ ਹੁਣ ਜਿਹੜਾ ਵਾ ਢੀਂਡਸਾ ਹੋਣਾ ਨੇ ਜਿਹੜਾ ਅਕਾਲੀ ਦਲ ਬਣਿਆ ਵਾ ਉਹ ਲੈਣ ਜਾ ਰਿਹਾ। ਕਿਤੇ ਨਾ ਕਿਤੇ ਆਪਾਂ ਇਹ ਵੇਖਿਆ ਜਾਏ ਕਿ ਰਾਮੂਵਾਲੀਆ ਵੀ ਅਕਾਲੀ ਦਲ ਦੇ ਬਾਦਲ ਹੋਣਾ ਦੀ ਕਿਸੇ ਟਾਈਮ ਦੇ ਉੱਤੇ ਬੜੀਆਂ ਤਰੀਫਾਂ ਕਰਦੇ ਰਹੇ ਔਰ ਅੱਜ ਜਦੋਂ ਆ ਕੇ ਉਹ ਵੀ ਸਟੇਜਾਂ ਦੇ ਉੱਤੇ ਉਹਨਾਂ ਦੇ ਖਿਲਾਫ ਪ੍ਰਚਾਰ ਕਰਨਗੇ ਉਹ ਵੀ ਇਹਨਾਂ ਵਾਸਤੇ ਚੁਣੌਤੀ ਆ। ਕਿ ਹਮੇਸ਼ਾ ਜਦੋਂ ਵੀ ਅਕਾਲੀ ਦਲ ਦੇ ਉੱਤੇ ਸੰਕਟ ਆਇਆ ਪਿਛਲੇ ਸਮਿਆਂ ਦੇ ਵਿੱਚ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਬੜੀ ਸੂਝ-ਬੂਝ ਦੇ ਨਾਲ ਜਿਹੜਾ ਸੀ ਉਹ ਇਹਨੂੰ ਟੈਕਲ ਕਰਦੇ। ਔਰ ਇਹ ਪਹਿਲੀ ਵਾਰ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਸਾਇਲੈਂਟ ਹੋ ਗਿਆ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਦਾ ਸਵਾਗਤ। ਅੱਜ ਆਪਾਂ ਅਕਾਲੀ ਰਾਜਨੀਤੀ ਦੇ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹਾਂ। ਸੀਨੀਅਰ ਅਕਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਹੈ। ਤਰਾਸਦੀ ਕਹੀ ਜਾ ਸਕਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਦੋਂ ਆਪਣਾ 100 ਸਾਲਾ ਸਥਾਪਨਾ ਵਰ੍ਹੇਗੰਢ ਮਨਾਉਣ ਵਾਲੇ ਸਾਲ ਵਿੱਚ ਦਾਖਲ ਹੋ ਗਿਆ ਹੈ ਤਾਂ ਉਸ ਵੇਲੇ ਇੱਕ ਨਵਾਂ ਕਲੇਸ਼ ਜਿਹੜਾ ਹੈਗਾ ਖੜਾ ਹੋ ਗਿਆ। ਪ੍ਰਕਾਸ਼ ਸਿੰਘ ਬਾਦਲ ਜਿਹੜੇ ਦਹਾਕਿਆਂ ਤੱਕ ਅਕਾਲੀ ਦਲ ਦੀ ਅਗਵਾਈ ਕਰਦੇ ਰਹੇ, ਹੁਣ ਉਹਨਾਂ ਨੇ ਜਦੋਂ ਇਹ ਅਗਵਾਈ ਅੱਗੇ ਸੁਖਬੀਰ ਬਾਦਲ ਦੇ ਹੱਥ ਸੌਂਪੀ ਹੈ ਤਾਂ ਸੁਖਬੀਰ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਬਗਾਵਤ ਦੇ ਝੰਡੇ ਬੁਲੰਦ ਹੋ ਰਹੇ ਹੈ। ਕੇਵਲ ਇੰਨਾ ਹੀ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਰੇਤ ਬਜਰੀ ਦਾ ਮੁੱਦਾ, ਟਰਾਂਸਪੋਰਟ ਦੇ ਮੁੱਦੇ, ਕਾਰੋਬਾਰ ਦੇ ਮੁੱਦੇ, ਇਹਨਾਂ ਤੋਂ ਇਲਾਵਾ ਜੇ ਆਪਾਂ ਪੰਥਕ ਮਾਮਲਿਆਂ ਦੀ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬਾਨ ਹੈ ਉਹਨਾਂ ਤੇ ਉੱਠ ਰਿਹਾ ਸਵਾਲ। ਆਖਰ ਅਕਾਲੀ ਦਲ ਦੇ ਜਥੇਦਾਰ ਜਿਹੜੇ ਧਰਮ ਯੁੱਧ ਮੋਰਚੇ ਲਾਉਂਦੇ ਸੀ ਕਿੱਧਰ ਨੂੰ ਤੁਰ ਗਏ, ਕਿੱਧਰ ਨੂੰ ਤੁਰ ਗਏ। ਪਰਨਾ ਮੋਢੇ ਤੇ ਰੱਖ ਕੇ ਤੁਰਨ ਵਾਲੇ ਗਿਆਨੀ ਕਰਤਾਰ ਸਿੰਘ ਤੇ ਉਹਨਾਂ ਦੇ ਸਾਥੀ ਪੰਥਕ ਤੇ ਅਕਾਲੀ ਲੀਡਰਸ਼ਿਪ ਦਾ ਇੱਕ ਬਹੁਤ ਵੱਡਾ ਖਿਲਾਫ ਪੈਦਾ ਹੋ ਗਿਆ ਹੈ। ਇਹ ਸਵਾਲ ਕੇਵਲ ਮੈਂ ਹੀ ਨਹੀਂ ਲੈ ਰਿਹਾ, ਸਗੋਂ ਹਰ ਪੰਜਾਬੀ ਦੀ ਜ਼ੁਬਾਨ ਤੇ ਹੈ। ਇਹਨਾਂ ਮੁੱਦਿਆਂ ਤੇ ਮੇਰੇ ਨਾਲ ਪੈਨਲ ਦੇ ਜਿਹੜੇ ਖਾਸ ਸਾਡੇ ਕਦਾਵਰ ਸੀਨੀਅਰ ਜਰਨਲਿਸਟ, ਜਿੱਦਾਂ ਮੈਂ ਹਮੇਸ਼ਾ ਕਹਿੰਦਾ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਹਰਕਮਲਜੀਤ ਸਿੰਘ, ਏਸ ਪ੍ਰਾਸ਼ਰ ਜੀ, ਰਾਜਨ ਮਾਨ ਤੇ ਨਵੇਂ ਸੀਨੀਅਰ ਜਰਨਲਿਸਟਾਂ ਨੂੰ ਪੈਨਲ ਤੇ ਆਉਣ ਲਈ
ਜੀ ਆਖਦਾ ਵੈਲਕਮ ਕਰਦਾ ਹਰਕਮਲ ਜੀ। ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਸੁਖਦੇਵ ਸਿੰਘ ਢੀਂਡਸਾ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਹੈ। ਸੁਖਬੀਰ ਬਾਦਲ ਜਿਹੜੇ ਮੌਜੂਦਾ ਅਕਾਲੀ ਦਲ ਦੀ ਪ੍ਰਧਾਨਗੀ ਕਰ ਰਹੇ ਆ, ਜ਼ਿੰਮੇਵਾਰੀ ਸੰਭਾਲ ਰਹੇ ਹੈ, ਕੀ ਲੱਗਦਾ ਹੈ ਕਿ ਉਹਨਾਂ ਦੇ ਲਈ ਇਹ ਬਹੁਤ ਵੱਡੀ ਚੁਣੌਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਇਆ ਮਾਮਲਾ? ਜੀ ਹਰਕਮਲ ਜੀ, ਤੁਸੀਂ ਪੰਜਾਬ ਦੀ ਤੇ ਪੰਥਕ ਜਿਹੜੀ ਰਾਜਨੀਤੀ ਹੈ ਉਹਨੂੰ ਬੜੀ ਨਜ਼ਦੀਕ ਤੋਂ ਕਵਰ ਕਰਦੇ ਰਹੇ ਹੋ, ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਨੂੰ? ਜਗਤਾਰ ਜੀ, ਅੱਜ ਅਕਾਲੀ ਦਲ ਨੂੰ ਬਣੇ 100 ਸਾਲ ਹੋ ਗਿਆ ਹੈ। ਆਪਣਾ ਉਹ 100ਵੀਂ ਵਰ੍ਹੇਗੰਢ ਮਨਾਉਣ ਅਕਾਲੀ ਦਲ ਜਾ ਰਿਹਾ ਅੱਗੋਂ। ਲੇਕਿਨ ਮੈਨੂੰ ਲੱਗਦਾ ਹੈ ਕਿ ਇਸ ਮੁਕਾਮ ਤੇ ਜਾ ਕੇ ਅਕਾਲੀ ਦਲ ਨੂੰ ਇੱਕ ਇੰਨੀ ਵੱਡੀ ਚੁਣੌਤੀ ਫੇਸ ਕਰਨੀ ਪੈ ਰਹੀ ਹੈ, ਜਿਹੜੀ ਸ਼ਾਇਦ ਉਹਨਾਂ ਨੇ ਆਪਣੇ ਇਤਿਹਾਸ 'ਚ ਪਹਿਲਾਂ ਕਦੀ ਨਹੀਂ, ਉਹਨਾਂ ਨੂੰ ਇਹੋ ਜਿਹੀ ਚੁਣੌਤੀ ਨਹੀਂ ਮਿਲੀ ਹੋਏਗੀ। ਅਕਾਲੀ ਦਲ 'ਚ ਦਫਾੜ ਅੱਗੇ ਵੀ ਹੁੰਦੇ ਰਹੇ ਨੇ, ਪਰ ਇਹ ਦਫਾੜ ਇੱਕ ਬੜਾ ਵੱਖਰੇ ਕਿਸਮ ਦਾ ਹੈ ਕਿ ਅਕਾਲੀ ਦਲ ਦਾ ਵਜੂਦ ਖਤਰੇ 'ਚ ਪੈਣ ਦੇ ਨਾਲ ਨਾਲ ਅਕਾਲੀ ਦਲ ਦੀ ਜਿਹੜੀ ਵਿਚਾਰਧਾਰਾ ਹੈਗੀ ਹੈ ਉਹਦੇ ਤੇ ਕਿੰਤੂ ਪ੍ਰੰਤੂ ਹੋ ਰਹੀ ਹੈ ਕਿ ਕੀ ਅਕਾਲੀ ਦਲ ਉਹਦੇ ਤੇ ਖੜਾ ਹੋਇਆ ਹੈ ਕਿ ਉਹਨੂੰ ਛੱਡ ਕੇ ਚਲਾ ਗਿਆ। ਜਿਵੇਂ ਤੁਸੀਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਮੈਨੂੰ ਜੋ ਨਜ਼ਰ ਆ ਰਿਹਾ ਕਿ ਅੱਜ ਉਹਨਾਂ ਦਾ ਭਾਵੇਂ ਜਨਮ ਦਿਨ ਹੈਗਾ ਸੁਖਬੀਰ ਸਿੰਘ ਬਾਦਲ ਦਾ, ਲੇਕਿਨ ਸੁਖਬੀਰ ਸਿੰਘ ਬਾਦਲ ਲਈ ਸ਼ਾਇਦ ਆਪਣੀ ਜ਼ਿੰਦਗੀ ਦੀ, ਆਪਣੀ ਸਿਆਸੀ ਜੀਵਨ ਦੀ ਇਹ ਸਭ ਤੋਂ ਵੱਡੀ ਚੁਣੌਤੀ ਉਹਨਾਂ ਨੂੰ ਮਿਲ ਰਹੀ ਹੈ। ਔਰ ਜਿਵੇਂ ਨਜ਼ਰ ਆ ਰਿਹਾ ਹੈ ਕਿ ਇਹ ਸਾਰਾ ਜੋ ਵਿਰੋਧ ਹੋ ਰਿਹਾ ਹੈ, ਇਹ ਬੇਸਿਕਲੀ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਹੈ। ਸਾਰੇ ਰਲ ਕੇ ਵਿਰੋਧ ਸੁਖਬੀਰ ਸਿੰਘ ਜਾਂ ਉਹਦੀ ਕਾਰਜਸ਼ੈਲੀ ਦਾ ਕਰ ਰਹੇ ਨੇ। ਚਾਹੇ ਉਹ ਬ੍ਰਹਮਪੁਰਾ ਨੇ, ਉਹ ਵੀ ਸੁਖਬੀਰ ਨੂੰ ਦੋਸ਼ੀ ਠਹਿਰਾ ਰਹੇ ਨੇ। ਢੀਂਡਸਾ ਸਾਹਿਬ ਜਾਂ ਉਹਨਾਂ ਦੇ ਸਾਥੀ, ਉਹ ਵੀ ਸੁਖਬੀਰ ਨੂੰ ਦੋਸ਼ੀ ਠਹਿਰਾ ਰਹੇ ਨੇ। ਔਰ ਬਾਕੀ ਵੀ ਜਿਹੜੇ ਸਪਲਿੰਟਰ ਗਰੁੱਪ ਜਿਹੜੇ ਕਿ ਨਾਲ ਇਹਨਾਂ ਦੇ ਆ ਸਕਦੇ ਨੇ, ਉਹ ਸਾਰੇ ਅੱਜ ਦੀ ਡੇਟ 'ਚ ਦੋਸ਼ ਸੁਖਬੀਰ ਤੇ ਲਾ ਰਹੇ ਨੇ ਕਿ ਉਹਦੀ ਜਿਹੜੀ ਕਾਰਜਸ਼ੈਲੀ ਹੈ ਉਹ ਠੀਕ ਨਹੀਂ। ਉਹਨੇ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਹੈ। ਅਕਾਲੀ ਦਲ ਨੂੰ ਇੱਕ ਮਾਫੀਆ ਤੁਸੀਂ ਕਹਿ ਸਕਦੇ ਹੋ, ਜਿਵੇਂ ਉਹੋ ਜਿਹਾ ਗੈਂਗ ਬਣਾਤਾ ਹੈਗਾ। ਅਕਾਲੀ ਦਲ ਮਗਰਲੇ ਸਾਲਾਂ 'ਚ ਜੋ ਕਾਰਗੁਜ਼ਾਰੀ ਸਾਹਮਣੇ ਆਈ ਹੈ ਅਕਾਲੀ ਦਲ ਦੀ, ਉਹ ਐਵੇਂ ਲੱਗਾ ਕਿ ਜਿਵੇਂ ਅਕਾਲੀ ਦਲ ਕੋਈ ਸੂਬੇ ਦੀ ਰੇਤ ਬਜਰੀ ਤੇ ਕੰਟਰੋਲ ਕਰਨ ਵਾਲਾ ਹੈ, ਟਰਾਂਸਪੋਰਟ ਤੇ ਕੰਟਰੋਲ ਕਰਨ ਵਾਲਾ ਹੈ, ਜਾਂ ਕੇਬਲ ਮਾਫੀਆ ਤੇ ਕੰਟਰੋਲ ਕਰਨ ਵਾਲਾ। ਬਟ ਇੱਕ ਅਕਾਲੀ ਦਲ ਨੂੰ ਇੱਕ ਕਿਸਮ ਦਾ ਮਾਫੀਏ ਦਾ ਰੂਪ ਦੇ ਦਿੱਤਾ ਗਿਆ, ਜਿਹੜੀ ਕਿ ਇੱਕ ਜਮਾਤ ਸੰਘਰਸ਼ਾਂ ਚੋਂ ਨਿਕਲੀ ਸੀ। ਸਿੱਖ ਕੌਮ ਦੇ ਜਿਹੜੇ ਇਸ਼ੂ ਸਨ ਉਹਨਾਂ ਦੇ ਉੱਤੇ ਲੜਾਈਆਂ ਲੜਨ ਲਈ ਜਾਣੀ ਜਾਂਦੀ ਸੀ। ਉਸ ਪਾਰਟੀ ਨੂੰ ਅੱਜ ਇਸ ਤਰ੍ਹਾਂ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਇੱਕ ਲੁਟੇਰਿਆਂ ਦੀ ਪਾਰਟੀ ਹੈ, ਇਹ ਪੈਸਾ ਇਕੱਠਾ ਕਰਨ ਵਾਲਿਆਂ ਦੀ ਪਾਰਟੀ ਹੈ। ਇਹ ਜਿਹੜਾ ਅਕਾਲੀ ਦਲ ਦਾ ਸਾਰਾ ਇੱਕ ਇਮੇਜ ਵਿਗੜ ਗਿਆ। ਔਰ ਜਿਵੇਂ ਕੋਸ਼ਿਸ਼ ਕੀਤੀ ਗਈ ਮਗਰਲੇ ਸਾਲਾਂ 'ਚ ਕਿ ਜੀ ਅਸੀਂ ਇਹਨੂੰ ਅਕਾਲੀ ਦਲ ਨੂੰ ਇੱਕ ਕਾਰਪੋਰੇਟ ਜਮਾਤ ਵਾਂਗੂ ਅਸੀਂ ਪੇਸ਼ ਕਰਾਂਗੇ, ਸਮਾਂ ਬਦਲ ਗਿਆ। ਉਹ ਜਿਹੜਾ ਕਾਰਪੋਰੇਟ ਜਿਹੜਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਗਈ, ਉਹਦੇ 'ਚ ਜਿਹੜਾ ਅਸਲੀ ਮੈਨੂੰ ਲੱਗਦਾ ਕਿ ਜਿਹੜਾ ਪੰਥਕ ਕੰਟੈਂਟ ਸੀ ਉਹ ਤਕਰੀਬਨ ਖਤਮ ਹੋ ਗਿਆ ਪਾਰਟੀ 'ਚੋਂ। ਔਰ ਹੁਣ ਜਿਹੋ ਜਿਹਾ ਕਾਡਰ ਇਹਨਾਂ ਦੇ ਕੋਲ ਪਾਰਟੀ ਕੋਲ ਆ ਗਿਆ ਹੈ, ਉਹਨਾਂ ਦਾ ਅਕਾਲੀ ਦਲ ਦੇ ਅਸਲ ਜਿਹੜੇ ਪੁਰਾਣੇ ਅਸੂਲ ਸੀ ਉਹਨਾਂ ਦੇ ਨਾਲ ਕੋਈ ਸਰੋਕਾਰ ਨਹੀਂ ਰਹਿ ਗਿਆ। ਸੋ ਮੈਨੂੰ ਲੱਗਦਾ ਕਿ ਇਹ ਸੁਭਾਵਕ ਸੀ ਕਿ ਜਿਹੜੇ ਪਾਰਟੀ ਦੇ ਪੁਰਾਣੇ ਟਕਸਾਲੀ ਜਿੰਨੇ ਆਗੂ ਸਨ, ਵਰਕਰ ਸਨ, ਉਹਨਾਂ 'ਚ ਇਸ ਗੱਲ ਦਾ ਰੋਸ਼ ਸੀ ਔਰ ਉਹਨਾਂ ਵੱਲੋਂ ਇਹ ਬਗਾਵਤ ਉੱਠਣੀ ਬੜੀ ਸੁਭਾਵਕ ਸੀ। ਕਾਫੀ ਦੇਰ ਤੋਂ ਇਹ ਰੌਲਾ ਪੈ ਰਿਹਾ ਸੀ ਔਰ ਇਹ ਬਗਾਵਤ ਉੱਠ ਗਈ ਹੈ। ਔਰ ਮੈਨੂੰ ਲੱਗਦਾ ਕਿ ਜੋ ਨਜ਼ਰ ਆ ਰਿਹਾ ਕਿ ਜਿਹੜਾ ਟਕਸਾਲੀ ਅਕਾਲੀ ਮੇਨ ਜਿਹੜਾ ਬਾਦਲਾਂ ਦਾ ਅਕਾਲੀ ਦਲ ਉਹਦੇ ਤੋਂ ਅਲੱਗ ਹੋ ਜਾਏਗਾ। ਜਿਹੜੇ ਪੁਰਾਣੇ ਅਕਾਲੀ ਸਨ ਉਹ ਇਹਨਾਂ ਨੂੰ ਛੱਡ ਕੇ ਚਲੇ ਜਾਣਗੇ ਔਰ ਜਿਹੜੇ ਇਹਨਾਂ ਨੇ ਨਵੇਂ ਕਿਸਮ ਦਾ ਇੱਕ ਜਿਹੜਾ ਕਾਰਪੋਰੇਟ ਅਕਾਲੀ ਦਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਇਹਨਾਂ ਦੇ ਨਾਲ ਜ਼ਰੂਰ ਰਹਿ ਜਾਣਗੇ। ਜਿਨ੍ਹਾਂ ਲੋਕਾਂ ਨੇ ਪਿਛਲੇ 10 ਸਾਲਾਂ 'ਚ ਫਾਇਦੇ ਲਏ ਨੇ, ਇਹਨਾਂ ਦੇ ਨਾਲ ਖੜੇ ਰਹੇ ਨੇ, ਉਹ ਜ਼ਰੂਰ ਉਹਨਾਂ ਦੇ ਨਾਲ ਰਹਿਣਗੇ। ਪਰ ਦੇਖਣ ਵਾਲੀ ਗੱਲ ਹੋਏਗੀ ਕਿ ਕੀ ਅਕਾਲੀ ਦਲ ਇਸ ਰੂਪ ਦੇ ਵਿੱਚ ਕਦੀ ਦੁਬਾਰਾ ਸੱਤਾ 'ਚ ਆਉਣ ਦਾ ਸੁਪਨਾ ਲੈ ਸਕਦਾ ਹੈ? ਜੋ ਮੈਨੂੰ ਲੱਗਦਾ ਉਹੀ ਹਾਲਾਤ ਨੇ ਜਿਵੇਂ ਟੌੜਾ ਸਾਹਿਬ ਨੇ ਬਾਦਲ ਸਾਹਿਬ ਤੋਂ ਡਿਫੈਕਸ਼ਨ ਕੀਤੀ ਸੀ। ਹਾਲਾਂਕਿ ਉਹਨਾਂ ਦੀ ਉਦੋਂ ਕੋਈ ਬਹੁਤ ਵੱਡੀ ਤਾਕਤ ਨਹੀਂ ਸੀ, ਕੁਝ ਬੰਦੇ ਲੈ ਕੇ ਉਹ ਅਲੱਗ ਹੋਏ ਸੀ ਜਾਂ ਉਹਨਾਂ ਨੂੰ ਕੱਢਿਆ ਗਿਆ ਸੀ। ਉਹਨਾਂ ਨੇ ਅਲੱਗ ਇਲੈਕਸ਼ਨ ਲੜ ਕੇ ਇਹ ਸਾਬਤ ਕਰਤਾ ਸੀ, ਇਹ ਸਬਕ ਦੇਤਾ ਸੀ ਅਕਾਲੀ ਦਲ ਨੂੰ ਕਿ ਜੇ ਤੁਸੀਂ ਕਿਸੇ ਸਪਲਿੰਟਰ ਗਰੁੱਪ ਨੂੰ ਸਾਈਡ ਤੇ ਕਰੋਗੇ, ਬਾਹਰ ਕਰੋਗੇ, ਤੁਸੀਂ ਰਾਜ ਭਾਗ 'ਚ ਨਹੀਂ ਆ ਸਕਦੇ। ਮੈਨੂੰ ਲੱਗਦਾ ਕਿ ਅੱਜ ਦੀ ਡੇਟ 'ਚ ਬਹੁਤ ਮੇਜਰ ਫੋਰਸ ਅਲੱਗ ਹੋ ਗਈ ਹੈ ਜਿਹੜੀ ਕਿ ਅਕਾਲੀ ਦਲ ਨੂੰ ਚੁਣੌਤੀ ਦੇ ਰਹੀ ਹੈ ਔਰ ਅਗਲੀਆਂ ਇਲੈਕਸ਼ਨਾਂ 'ਚ ਦੇਗੀ ਔਰ ਅਕਾਲੀ ਦਲ ਦਾ ਸਾਰਾ ਵਜੂਦ ਖਤਰੇ 'ਚ ਪੈ ਗਿਆ।
ਬਿਲਕੁਲ ਅਹਿਮ ਮੁੱਦੇ ਤੇ ਤੁਸੀਂ ਚਰਚਾ ਕਰੀ ਹੈ। ਪ੍ਰਾਸ਼ੇ ਜੀ, ਤੁਸੀਂ ਵੀ ਪੰਜਾਬ ਦੀ ਰਾਜਨੀਤੀ ਨੂੰ ਲੰਬੇ ਸਮੇਂ ਤੋਂ ਕਵਰ ਕਰਦੇ ਆ ਰਹੇ ਹੋ, ਜਿੱਥੇ ਹਰਕਮਲ ਜੀ ਨੇ ਸਵਾਲ ਲਿਆ ਕੇ ਛੱਡਿਆ ਹੈ ਕਿ ਕੀ ਅਕਾਲੀ ਦਲ ਦੁਆਰਾ ਸੱਤਾ 'ਚ ਆਉਣ ਦਾ ਸੁਪਨਾ ਸਾਕਾਰ ਕਰ ਸਕੇਗਾ, ਕਿਉਂਕਿ ਜੇ ਅੱਗੇ ਜਥੇਦਾਰ ਟੌਹੜਾ ਇੱਕ ਵਾਰ ਪਾਸੇ ਹੋਏ ਸੀ ਤਾਂ ਤੁਸੀਂ ਜਾਣਦੇ ਹੋ ਅਕਾਲੀ ਦਲ ਕਿਸ ਸਥਿਤੀ 'ਚ ਆ ਗਿਆ ਸੀ, ਤੇ ਹੁਣ ਤਾਂ ਪ੍ਰਸਥਿਤੀਆਂ ਬਦਲੀਆਂ ਵੀ ਹੈ। ਕਿਹਾ ਜਾਂਦਾ ਹੈ ਕਿ ਜਿਹੜੇ ਢੀਂਡਸਾ ਹੈਗੇ ਆ ਉਹ ਅਕਾਲੀ ਦਲ 'ਚ ਲੰਬਾ ਸਮਾਂ ਰਹਿਣ ਕਰਕੇ ਉਹਨਾਂ ਦਾ ਕੱਦ ਕਾਠ ਵੀ ਹੈ, ਉਹਨਾਂ ਦੀ ਇੱਕ ਸੋਚ ਵੀ ਵੱਖਰੀ ਹੈ, ਔਰ ਉਹਨਾਂ ਦੀ ਜਿਹੜੀ ਕੌਮੀ ਰਾਜਨੀਤੀ ਦੇ ਵਿੱਚ ਵੀ ਇੱਕ ਪਹੁੰਚ ਹੈ। ਇਹ ਸਾਰੇ ਵਰਤਾਰੇ ਦੇ ਮੱਦੇਨਜ਼ਰ ਜੋ ਸੁਖਬੀਰ ਬਾਦਲ ਦੀ, ਕਿਉਂਕਿ ਸੁਭਾਵਿਕ ਹੈ ਕਿ ਅਗਵਾਈ ਸੁਖਬੀਰ ਬਾਦਲ ਕਰ ਰਿਹਾ, ਉਹਦੀ ਲੀਡਰਸ਼ਿਪ ਦੇ ਖਿਲਾਫ ਹੀ ਇਹ ਸਾਰਾ ਜਿਹੜਾ ਹੈਗਾ ਝੰਡਾ ਬਗਾਵਤ ਦਾ ਚੁੱਕਿਆ ਗਿਆ ਹੈ। ਕੀ ਕਹੋਗੇ ਪ੍ਰਾਸ਼ਰ ਜੀ ਇਸ ਮੁੱਦੇ ਤੇ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਜਿਹੜੇ ਅੱਜ ਤੋਂ 2 ਦਿਨ ਪਹਿਲੇ ਲੁਧਿਆਣੇ ਵਿਖੇ ਇਕੱਠ ਕਰਕੇ ਇਹ ਸੁਖਦੇਵ ਸਿੰਘ ਢੀਂਡਸਾ ਨੇ ਜਿਹੜੀ ਆਪਣੀ ਨਵੀਂ ਪਾਰਟੀ ਜਿਹੜੀ ਸ਼ੁਰੂ ਕੀਤੀ ਹੈ, ਉਹਦਾ ਨਾਂ ਸ਼ੁਰੂ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਉਹਦੇ ਨਾਲ ਪੰਜਾਬ ਦੀ ਔਰ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉੱਤੇ ਸਵਾਲ ਪੈਦਾ ਹੋ ਗਿਆ, ਉਹਦੇ ਭਵਿੱਖ ਦੇ ਉੱਤੇ। ਔਰ ਦੂਜਾ ਹੀ ਪੰਜਾਬ ਦੀ ਰਾਜਨੀਤੀ 'ਚ ਬੜਾ ਭਾਰੀ ਇੱਕ ਤਰ੍ਹਾਂ ਦਾ ਭੁਚਾਲ ਆਇਆ। ਦੇਖੋ, ਮੈਂ ਸਮਝਦਾ ਹਾਂ ਕਿ ਜਿਸ ਤਰ੍ਹਾਂ 2002 ਦੇ ਵਿੱਚ ਪੰਜਾਬ ਦੀ ਹਿਸਟਰੀ ਜਿਹੜੀ ਹੈ ਉੱਥੇ ਜੋ ਹੋਇਆ ਸੀ ਉਹ ਹੁਣ 2022 ਦੇ ਵਿੱਚ ਰਿਪੀਟ ਹੋਣ ਜਾ ਰਹੀ ਹੈ। ਉਸ ਲਈ ਕੀ ਹੋਇਆ ਸੀ, 1999 ਵਿੱਚ ਅਕਾਲੀ ਦਲ 'ਚੋਂ ਗੁਰਚਰਨ ਸਿੰਘ ਜੀ ਥੋੜ੍ਹਾ ਜਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ 24 ਸਾਲਾਂ ਤੱਕ ਲਗਾਤਾਰ ਰਹੇ। ਉਹ ਪਾਰਟੀ ਦਾ ਅਲੱਗ ਹੋ ਕੇ ਉਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਜਿਹਦਾ ਨਾਂ ਸੀ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ। ਹਾਲਾਂਕਿ ਬੰਦੇ ਸ਼ੁਰੂ 'ਚ ਘੱਟ ਸੀ, ਲੇਕਿਨ ਤੌਰਾ ਸਾਹਿਬ ਦੀ ਸੂਝ-ਬੂਝ ਸਿਆਸੀ ਜੋ ਉਹਨਾਂ ਦੀ ਪੈਂਤਰੇਬਾਜ਼ੀ ਸੀ, ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਜਿੰਨੇ ਸਪਲਿੰਟਰ ਗਰੁੱਪ ਸੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਸਾਰੇ ਆਪਣੇ ਨਾਲ ਇਕੱਠੇ ਕਰ ਲਏ ਤਾਂ ਇੱਕ ਪੰਥਕ ਮੋਰਚਾ ਬਣਾ ਲਿਆ। ਉਹਦੇ ਵਿੱਚ ਸ਼੍ਰੋਮਣੀ ਸਰਬ ਹਿੰਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹ ਵੀ ਆ ਗਿਆ, ਸ਼੍ਰੋਮਣੀ ਅਕਾਲੀ ਦਲ ਮਾਨ ਵੀ ਆ ਗਿਆ, ਸਰਬਜੀਤ ਸਿੰਘ ਜਿਹੜੇ ਹੋਰ ਹੈਗੇ ਸੀ ਉਹ ਵੀ ਵਿੱਚ ਆ ਗਏ, 1920 ਵਾਲਾ ਰਵੀ ਇੰਦਰ ਉਹ ਵੀ ਨਾਲ ਲੜ ਗਿਆ। ਮਤਲਬ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਇਲੈਕਸ਼ਨ ਲੜੀ ਔਰ 2002 ਦੇ ਵਿੱਚ ਚਾਹੇ ਉਹਨਾਂ ਨੇ ਸੀਟਾਂ ਘੱਟ ਲੜੀਆਂ, ਸੀਟ ਇੱਕ ਵੀ ਨਹੀਂ ਜਿੱਤੀ, ਲੇਕਿਨ ਫਿਰ ਵੀ 4.5% ਦੇ ਕਰੀਬ ਵੋਟਾਂ ਦਾ ਸ਼ੇਅਰ ਲੈ ਗਏ। ਔਰ ਉਹਨਾਂ ਵੋਟਾਂ ਸ਼ੇਅਰ ਲਿਜਾਣ ਦਾ ਫਰਕ ਇਹ ਹੋਇਆ ਕਿ ਸਾਰੀਆਂ ਵੋਟਾਂ ਜਿਹੜੀਆਂ ਸੀ ਉਹ ਅਕਾਲੀ ਦਲ ਦੇ ਕੋਟੇ ਦੀ ਹੁੰਦੀਆਂ ਸੀ, ਉਹ ਪਰੰਪਰਾਗਤ ਤੌਰ ਦੇ ਉੱਤੇ ਅਕਾਲੀ ਦਲ ਨੂੰ ਪੈਂਦੀਆਂ ਸੀ। ਉਹ ਵੋਟਾਂ ਟੁੱਟ ਗਈਆਂ। ਵਿਦ ਦੀ ਰਿਜ਼ਲਟ ਅਕਾਲੀ ਦਲ ਇਲੈਕਸ਼ਨ ਹਾਰ ਗਿਆ ਔਰ ਕਾਂਗਰਸ ਪਾਰਟੀ ਨੂੰ ਉਹ ਮੌਕਾ ਬਣਾਉਣ ਦਾ ਮਿਲ ਗਿਆ ਔਰ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਸਰਕਾਰ 2002 ਤੋਂ ਲੈ ਕੇ 2007 ਤੱਕ ਪੰਜਾਬ 'ਚ ਬਣੀ ਰਹੀ। ਹੁਣ ਹਾਲਤ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ ਕਿ ਦੇਖੋ, ਹੁਣ 2022 ਦੇ ਇਲੈਕਸ਼ਨ ਨੇੜੇ ਆਉਂਦੇ ਜਾ ਰਹੇ ਆ। ਪੰਜਾਬ ਦੇ ਇਲੈਕਸ਼ਨਾਂ ਦੇ ਵਿੱਚ ਜਾਂ ਰਾਜਨੀਤੀ ਦੇ ਵਿੱਚ ਉਤਾਰ ਚੜਾਅ ਸ਼ੁਰੂ ਹੋ ਗਿਆ। ਮੈਂ ਸਮਝਦਾ ਹਾਂ ਕਿ ਇਹ ਜਿਹੜੇ ਢੀਂਡਸਾ ਸਾਹਿਬ ਨੇ ਜਿਹੜੀ ਹੁਣ ਨਵੀਂ ਜਿਹੜੀ ਆਪਣੀ ਪਾਰਟੀ ਦੀ ਜਿਹੜੀ ਨੀਂਹ ਪੱਥਰ ਰੱਖਿਆ, ਉਹ ਉਹਨਾਂ ਇਲੈਕਸ਼ਨਾਂ ਦੀ ਤਿਆਰੀ ਦੇ ਵਿੱਚ ਇਹ ਸਾਰਾ ਕੰਮ ਸ਼ੁਰੂ ਹੋਇਆ। ਔਰ ਅਗਰ 2002 ਦੀ ਹਿਸਟਰੀ ਹੁਣ ਰਿਪੀਟ ਹੁੰਦੀ ਹੈ 2022 ਦੇ ਵਿੱਚ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਦੇ ਵਿੱਚ ਕੋਈ ਰੋਕ ਨਹੀਂ ਸਕੇਗਾ, ਕਿਉਂਕਿ ਉਸ ਵੇਲੇ ਦੇਖੋ 2002 ਦੇ ਵਿੱਚ ਜਿਹੜੇ ਪੰਗਾ ਪਿਆ ਸੀ। ਔਰ ਇੱਕ ਗੱਲ ਮੈਂ ਮੈਂ ਤੁਹਾਡੀ ਗੱਲ ਪੂਰੀ ਕਰ ਲਵਾਂ ਕਿ 2002 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸਾਂਭਣ ਲਈ ਪ੍ਰਕਾਸ਼ ਸਿੰਘ ਬਾਦਲ ਮੌਜੂਦ ਸੀ। ਉਹ 5 ਵਾਰ ਪੰਜਾਬ ਦੇ ਸੀਐਮ ਰਹੇ ਸੀ। ਜੋ ਉਹਨਾਂ ਦਾ ਕੱਦ ਕਾਠ, ਜੋ ਉਹਨਾਂ ਦੀ ਸੂਝ-ਬੂਝ, ਜੋ ਉਹਨਾਂ ਨੇ ਪਾਰਟੀ ਜਿਹੜੀ ਸੀ ਆਪਣੇ ਹੱਥੋਂ ਬਣਾਈ ਸੀ, ਉਹ ਅਵੇਲੇਬਲ ਸੀ। ਹੁਣ ਇਸ ਵੇਲੇ ਉਹ ਬਿਲਕੁਲ ਬੈਕਗਰਾਊਂਡ ਦੇ ਵਿੱਚ ਹੈ। ਉਹ ਸਾਰੀ ਦੀ ਸਾਰੀ ਜਿਹੜੀ ਬਾਗਡੋਰ ਹੈਗੀ ਪਾਰਟੀ ਦੀ, ਉਹ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚ ਹੈ। ਔਰ ਸੁਖਬੀਰ ਸਿੰਘ ਬਾਦਲ ਨੇ ਆਪਣੇ 10 ਸਾਲ ਦੀ ਕਾਰਗੁਜ਼ਾਰੀ ਵਿੱਚ ਉਹ ਦੱਸਿਆ ਕਿ ਉਹ ਹਰ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲ ਸਕੇ। ਖਾਸ ਤੌਰ ਤੇ ਪਾਰਟੀ ਜਿਹੜੇ ਸੀਨੀਅਰ ਆਗੂ ਹੈ, ਜਿਹੜੇ ਟਕਸਾਲੀ ਕਹਾਉਂਦੇ ਹੈ, ਜਿਨ੍ਹਾਂ ਨੇ ਸਾਰੀਆਂ ਉਮਰਾਂ ਪਾਰਟੀ 'ਚ ਕੱਟੀਆਂ, ਜੇਲ੍ਹਾਂ ਗਈਆਂ, ਧਰਮਯੁੱਧ ਮੋਰਚੇ 'ਚ ਹਿੱਸੇ ਲਏ ਔਰ ਜਿਹਨੂੰ ਆਪਣਾ ਪਰੰਪਰਾਗਤ ਜਿਹੜੇ ਜਥੇਦਾਰ ਕਹਿੰਦੇ ਹੈ, ਉਹ ਸਾਰੇ ਪਾਰਟੀ 'ਚ ਟੁੱਟ ਗਏ ਜੀ। ਉਹ ਹੁਣ ਉਹ ਇਸ ਕਰਕੇ ਵਿਦ ਦੀ ਰਿਜ਼ਲਟ ਕੇ ਸੁਖਬੀਰ ਬਾਦਲ ਨੂੰ ਉਹ ਜਿਹੜੀ ਪੁਰਾਣੀ ਜਿਹੜੀ ਸੂਝ-ਬੂਝ ਆ, ਜਿਹੜੀ ਸਿਆਸੀ ਜਿਹੜੀ ਪੈਂਤਰੇਬਾਜ਼ੀ ਹੈ ਉਹ ਹੋਣੀ ਚਾਹੀਦੀ, ਉਹ ਅਵੇਲੇਬਲ ਨਹੀਂ ਹੋਏਗੀ। ਫਾਦਰ ਸਾਹਿਬ ਜਿਹੜੇ ਉਹ ਪਿੱਛੇ ਆਪਣੇ ਬਾਦਲ ਪਿੰਡ 'ਚ ਬੈਠੇ ਹੈ, ਉਹ ਆਪਣਾ ਬਹੁਤਾ ਪਾਰਟੀਸਪੇਟ ਨਹੀਂ ਕਰਦੇ। ਔਰ ਦੇਖਣ ਵਾਲੀ ਗੱਲ ਹੋਏਗੀ
ਕਿ ਸੁਖਬੀਰ ਇਹ ਜਿਹੜਾ ਵੱਡਾ ਜਿਹੜਾ ਚੈਲੰਜ ਪਾਰਟੀ ਦੀ ਯੂਨਿਟੀ ਨੂੰ ਆਇਆ, ਇਹਨੂੰ ਸਾਂਭ ਸਕੇਗਾ ਕਿ ਨਹੀਂ। ਆਮ ਤੌਰ ਓਕੇ ਜੀ, ਥੈਂਕ ਯੂ ਪ੍ਰਾਸ਼ੀ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਰਾਜਨਮਾਨ, ਜਿਸ ਮੁੱਦੇ ਦੇ ਉੱਤੇ ਪ੍ਰਾਸ਼ੀ ਜੀ ਚਰਚਾ ਕਰ ਰਹੇ ਹੈ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੇ ਕਿਹਾ ਜਿੱਦਾਂ ਪਿਛਲੇ ਸਮੇਂ ਦੇ ਵਿੱਚ ਟੌੜਾ ਸਾਹਿਬ ਜਦੋਂ ਪਾਰਟੀ ਤੋਂ ਵੱਖ ਹੋਏ ਸੀ ਤਾਂ ਉਸ ਵੇਲੇ ਜਿਹੜੀਆਂ ਪ੍ਰਸਥਿਤੀਆਂ ਬਣੀਆਂ ਸੀ 22 ਚ ਵੀ ਦਰਾਈਆਂ ਜਾ ਸਕਦੀਆਂ, ਪਰ 22 ਜਦੋਂ ਆ ਰਿਹਾ ਤਾਂ ਕਾਫੀ ਕੁਝ ਵੱਖਰਾ ਹੈ। ਉਦੋਂ ਆਮ ਪਾਰਟੀ ਵੀ ਇੱਕ ਵੱਡੀ ਧਿਰ ਨਹੀਂ ਸੀ, ਹੁਣ ਪੰਜਾਬ ਦੇ ਵਿੱਚ ਦੂਜੇ ਨੰਬਰ ਤੇ ਖੜੀ ਪਾਰਟੀ ਹੈ। ਇਸ ਕਰਕੇ ਪੰਜਾਬ ਦੀ ਰਾਜਨੀਤੀ 'ਚ ਕਾਫੀ ਕੁਝ ਜਿਹੜਾ ਹੈਗਾ ਨਵਾਂ ਵਾਪਰ ਸਕਦਾ ਹੈ। ਜਿਸ ਤਰ੍ਹਾਂ ਦਾ ਢੀਂਡਸਾ ਹੁਣ ਇੱਕ ਅਕਾਲੀ ਦਲ ਦਾ ਪਲੇਟਫਾਰਮ ਲੈ ਕੇ ਆ ਰਿਹਾ ਹੈ, ਔਰ ਜਿਸ ਤਰੀਕੇ ਨਾਲ ਜਿਹੜਾ ਹੈਗਾ ਸੁਖਬੀਰ ਬਾਦਲ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਹਰਕਮਲ ਜੀ ਨੇ ਵੀ ਕਿਹਾ, ਪ੍ਰਾਸ਼ੀ ਜੀ ਨੇ ਵੀ ਇਸ ਮੁੱਦੇ ਤੇ ਗੱਲ ਕੀਤੀ ਹੈ, ਕੀ ਕਹੋਗੇ ਮਾਨ ਜੀ ਤੁਸੀਂ? ਬਿਲਕੁਲ, ਜਿਵੇਂ ਕਮਲ ਜੀ ਨੇ ਵੀ ਕਿਹਾ, ਪ੍ਰਾਸ਼ੀ ਜੀ ਨੇ ਵੀ ਕਿਹਾ, ਬਿਲਕੁਲ ਠੀਕ ਹੈ ਜੀ। ਜਦੋਂ ਟੌੜਾ ਸਾਹਿਬ ਦਾ ਵਕਤ ਸੀ, ਜਦੋਂ ਵੇਖੋ ਟਾਈਮ ਟੂ ਟਾਈਮ ਵੇਖਿਆ ਆਪਾਂ ਪਿੱਛੇ ਝਾਤ ਮਾਰ ਗਏ ਤੇ ਕਈ ਅਕਾਲੀ ਦਲ ਬਣੇ ਆ ਜਦੋਂ ਜਦੋਂ ਵੀ ਵਿਦਰੋਹ ਹੋਏ ਆ, ਪਰ ਜਦੋਂ ਟੌੜਾ ਸਾਹਿਬ ਅਲੱਗ ਹੋਏ ਸੀ ਉਹਨਾਂ ਨੇ ਵੀ ਡੈਂਟ ਪਾਇਆ। ਪਰ ਐਰਕੀ ਮੈਂ ਇੱਕ ਗੱਲ ਕਹਾਂਗਾ ਕਿ ਐਰਕੀ ਹਾਲਾਤ ਕੁਝ ਹਟ ਕੇ ਨੇ, ਉਸ ਤੋਂ ਕਾਫੀ ਹਟ ਕੇ ਨੇ। ਹਾਲਾਤ ਹਟ ਕੇ ਕੀ ਨੇ ਕਿ ਜਦੋਂ ਟੌੜਾ ਸਾਹਿਬ ਨੇ ਅਲੱਗ ਹੋ ਕੇ ਅਕਾਲੀ ਦਲ ਦੇ ਵਿੱਚੋਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ ਸੀ, ਉਦੋਂ ਹਾਲਾਤ ਹੋਰ ਸੀ। ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਉਹ ਪੂਰੇ ਐਕਟਿਵ ਸੀ, ਐਕਟਿਵ ਰੋਲ ਅਦਾ ਕਰਦੇ ਸੀ। ਔਰ ਹੁਣ ਇਹ ਹੈ ਕਿ ਉਸ ਟਾਈਮ ਤੇ ਇਸ ਵਾਰ ਜਿਹੜੀ ਐਰਕੀ ਅਕਾਲੀ ਦਲ ਨੂੰ ਵੱਡੀ ਸੱਟ ਬੈਕ ਵੱਜਣ ਜਾ ਰਹੀ ਆ, ਜਿਹੜੀ ਵੱਜਦੀ ਆ ਰਹੀ ਪਿਛਲੀਆਂ ਆਪਾਂ ਇਲੈਕਸ਼ਨਾਂ ਦੇ ਵਿੱਚ, ਉਹ ਇਹ ਹੈ ਕਿ ਪੰਥਕ ਵੋਟ ਦਾ ਅਕਾਲੀ ਦਲ ਤੋਂ ਕਿਨਾਰਾ ਕਰ ਲੈਣਾ। ਕਿਉਂਕਿ ਪਹਿਲਾਂ ਅਕਾਲੀ ਦਲ ਦੇ ਵਿੱਚ ਪਾਤੋਤਾਰ ਹੁੰਦੀ ਰਹੀ ਆ, ਪਰ ਉੱਥੇ ਕੀ ਹੋਇਆ ਸੀ ਕਿ ਜਿਹੜਾ ਪੰਥਕ ਵਾਲਾ ਏਜੰਡਾ ਸੀ, ਉਹ ਪੰਥਕ ਵਾਲਾ ਏਜੰਡਾ ਕਿਤੇ ਨਾ ਕਿਤੇ ਅਕਾਲੀ ਦਲ ਦੇ ਕੋਲ ਹੈਗਾ ਸੀ ਤੇ ਅਕਾਲੀ ਦਲ ਫਿਰ ਸਰਵਾਈਵ ਕਰ ਜਾਂਦਾ ਸੀ ਕਾਫੀ ਹੱਦ ਤੱਕ। ਔਰ ਤੁਸੀਂ ਵੇਖੋ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੋ ਪੰਥਕ ਏਜੰਡਾ ਚਲੇ ਗਿਆ ਤੇ ਅਕਾਲੀ ਦਲ ਕਿੱਥੇ ਜਾ ਕੇ ਡਿੱਗਾ। ਤੇ ਇਹ ਆਉਣ ਵਾਲੀ ਜਿਹੜੀ 22 ਵਾਲੀ ਇਲੈਕਸ਼ਨ ਆ, ਉਹਦੇ ਵਿੱਚ ਸਭ ਤੋਂ ਵੱਡੀ ਅਹਿਮ ਗੱਲ ਇਹ ਰਹੇਗੀ ਕਿ ਅਕਾਲੀ ਦਲ ਭਾਵੇਂ ਅੱਗੇ ਵੀ ਅਲੱਗ ਹੋਏ ਆ, ਬਣਦੇ ਰਹੇ ਨੇ, ਨੁਕਸਾਨ ਪਹੁੰਚਦੇ ਰਹੇ ਨੇ, ਪਰ ਫਿਰ ਵੀ ਅਕਾਲੀ ਦਲ ਜਿਹੜੇ ਬਾਦਲ ਸੀ ਇਹਨਾਂ ਨੂੰ ਕੋਈ ਵੱਡਾ ਨੁਕਸਾਨ ਨਹੀਂ ਸੀ ਹੋ ਸਕਿਆ। ਪਰ ਇਸ ਵਾਰ ਜਿਹੜਾ ਨੁਕਸਾਨ ਹੋਣ ਜਾ ਰਿਹਾ ਵਾ, ਉਹਦੇ ਕਈ ਕਾਰਨ ਆ। ਇੱਕ ਤੇ ਇੱਕ ਵੱਡੀ ਲੀਡਰਸ਼ਿਪ ਇਹਨਾਂ ਕੋਲੋਂ ਜਿਹੜੀ ਆ ਉਹ ਮੁਨਕਰ ਹੋ ਗਈ ਆ, ਮੁੱਖ ਮੋੜ ਗਈ ਆ। ਦੂਸਰਾ, ਪੰਥਕ ਏਜੰਡਾ ਜਿਹੜਾ ਸੀ ਉਹ ਅਕਾਲੀ ਦਲ ਆਪਣਾ ਖੋ ਚੁੱਕਾ। ਬਰਗਾੜੀ ਮਾਮਲੇ ਨੂੰ ਲੈ ਕੇ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮਾਮਲੇ ਤੋਂ ਲੈ ਕੇ ਜਿਹੜੀ ਪੰਥਕ ਵੋਟ ਸੀ ਉਹ ਇਹਨਾਂ ਕੋਲੋਂ ਖੁੱਸ ਗਈ ਆ। ਤੇ ਜਿਹੜੇ ਹੁਣ ਦੂਸਰਾ ਅਕਾਲੀ ਦਲ ਹੋਂਦ ਵਿੱਚ ਆਏ ਨੇ, ਜਿਵੇਂ ਆਪਾਂ ਕਹਾਂਗੇ ਕਿ ਹੁਣ ਪੰਜਾਬ ਦੇ ਵਿੱਚ ਚੌਥਾ ਫਰੰਟ ਬਣਿਆ। ਦੋ ਤੇ ਅੱਗੇ ਰਵਾਇਤੀ ਪਾਰਟੀਆਂ ਦਾ ਹੈਗਾ ਸੀ, ਅਕਾਲੀ, ਬੀਜੇਪੀ ਤੇ ਕਾਂਗਰਸ, ਤੇ ਤੀਜੀ ਆਮ ਆਦਮੀ ਪਾਰਟੀ ਆ ਗਈ। ਪਰ ਇਹ ਜਿਹੜਾ ਚੌਥਾ ਫਰੰਟ ਬਣ ਜਾ ਰਿਹਾ ਵਾ, ਇਹ ਚੌਥਾ ਫਰੰਟ ਬੜਾ ਕਲੀਅਰ ਕੱਟ ਆ ਕਿ ਚੌਥਾ ਫਰੰਟ ਅਕਾਲੀ ਦਲ ਨੂੰ ਡਾਇਰੈਕਟ ਜਿਹੜਾ ਨੁਕਸਾਨ ਪਹੁੰਚਾਉਣ ਜਾ ਰਿਹਾ। ਕਿਉਂਕਿ ਜਿਹੜੀ ਪੰਥਕ ਵੋਟ ਸੀ, ਜਿਸ ਨਾਂ ਦੇ ਉੱਤੇ ਅਕਾਲੀ ਦਲ ਨੇ ਅੱਜ ਤੱਕ ਢਡੋਰਾ ਪਿੱਟ ਕੇ ਪੰਜਾਬ ਦੇ ਲੋਕਾਂ ਤੋਂ ਵੋਟ ਲਈ ਆ, ਪੰਥ ਦੇ ਨਾਂ, ਕਿਉਂਕਿ ਪਹਿਲਾਂ ਉਸ ਤੋਂ ਪਹਿਲਾਂ ਜਿਹੜੇ ਪੰਜਾਬ ਮਸਲੇ ਉਹ ਤੇ ਭੁੱਲ ਗਿਆ ਸਾਰੀਆਂ ਗੱਲਾਂ, ਉਹ ਆਪਾਂ ਪਹਿਲਾਂ ਵੀ ਗੱਲਾਂ ਕਰ ਚੁੱਕੇ ਆ। ਤੇ ਇਹ ਜਿਹੜੀ ਆ ਕਿ ਪੰਥਕ ਵੋਟ ਜਿਹੜੀ ਇਹਨਾਂ ਕੋਲ ਖਿਸਕੀ ਆ ਨਾ, ਉਹਦਾ ਫਾਇਦਾ ਹੁਣ ਜਿਹੜਾ ਵਾ ਢੀਂਡਸਾ ਹੁਣਾਂ ਨੇ ਜਿਹੜਾ ਅਕਾਲੀ ਦਲ ਬਣਾਇਆ ਵਾ ਉਹ ਲੈਣ ਜਾ ਰਿਹਾ। ਔਰ ਉਹਦੇ ਵਿੱਚ ਤੁਸੀਂ ਇੱਕ ਹੋਰ ਗੱਲ ਵੇਖੋ, ਸਾਰੇ ਜਿਹੜੇ ਅਕਾਲੀ ਦਲ ਇਕੱਠੇ ਤੇ ਹੋ ਰਹੇ ਆ, ਨਾਲ ਨਾਲ ਦੂਸਰੇ ਪਾਰਟੀਆਂ ਵੀ ਹੱਥ ਮਿਲਾਉਣ ਲਈ ਕਾਹਲੀਆਂ ਹੋਈਆਂ ਨੇ। ਜਿਵੇਂ ਕਿ ਫਾਰ ਐਗਜ਼ਾਮਪਲ ਜੇ ਆਪਾਂ ਗੱਲ ਕਰਦੇ ਹਾਂ ਕਿ ਬਲਵੰਤ ਸਿੰਘ ਰਾਮੂ ਵਾਲੀਆਂ ਹੋਣਾ ਦੀ ਗੱਲ ਕਰਦੇ ਹਾਂ ਕਿ ਰਾਮੂ ਵਾਲੀਆ ਹੋਣਾ ਦੀ ਵੀ ਸ਼ਮੂਲੀਅਤ ਇਹਨਾਂ ਦੇ ਨਾਲ ਆ ਕੇ ਕਰਨੀ, ਕਿਤੇ ਨਾ ਕਿਤੇ ਆਪਾਂ ਇਹ ਵੇਖਿਆ ਜਾਏ ਕਿ ਰਾਮੂ ਵਾਲੀਆ ਵੀ ਅਕਾਲੀ ਦਲ ਦੇ ਬਾਦਲ ਹੋਣਾ ਦੀ ਕਿਸੇ ਟਾਈਮ ਦੇ ਉੱਤੇ ਬੜੀਆਂ ਤਾਰੀਫਾਂ ਕਰਦੇ ਰਹੇ। ਔਰ ਅੱਜ ਜਦੋਂ ਆ ਕੇ ਉਹ ਵੀ ਸਟੇਜਾਂ ਦੇ ਉੱਤੇ ਉਹਨਾਂ ਦੇ ਖਿਲਾਫ ਪ੍ਰਚਾਰ ਕਰਨਗੇ, ਉਹ ਵੀ ਇਹਨਾਂ ਵਾਸਤੇ ਚੁਣੌਤੀ ਆ। ਔਰ ਇਹਦੇ ਵਿੱਚ ਇੱਕ ਹੋਰ ਗੱਲ ਆ ਕਿ ਹਮੇਸ਼ਾ ਜਦੋਂ ਵੀ ਅਕਾਲੀ ਦਲ ਦੇ ਉੱਤੇ ਸੰਕਟ ਆਇਆ ਪਿਛਲੇ ਸਮਿਆਂ ਦੇ ਵਿੱਚ, ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਪਣੀ ਬੜੀ ਸੂਝ-ਬੂਝ ਦੇ ਨਾਲ ਜਿਹੜਾ ਸੀ ਉਹ ਇਹਨੂੰ ਟੈਕਲ ਕਰਦੇ। ਔਰ ਇਹ ਪਹਿਲੀ ਵਾਰ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਿਲਕੁਲ ਸਾਇਲੈਂਟ ਹੋ ਗਿਆ, ਕਿਉਂਕਿ ਇੱਥੋਂ ਇਹ ਸੰਕੇਤ ਮਿਲ ਰਿਹਾ ਵਾ ਕਿ ਸਰਦਾਰ ਬਾਦਲ ਨੂੰ ਵੀ ਇੱਕ ਗੱਲ, ਕਿਉਂਕਿ ਉਹਨਾਂ ਦਾ ਵੇਖੋ ਸਿਆਸੀ ਬਹੁਤ ਵੱਡਾ ਤਜਰਬਾ ਵਾ, ਮੁਹਾਰ ਸਿਆਸਤ ਦੇ ਵਿੱਚ ਉਹਨਾਂ ਦੀ ਬੜੀ ਵੱਡੀ ਆ, ਕਿ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਵਾ ਕਿ ਜਿਸ ਦੇ ਉੱਤੇ ਅਸੀਂ ਰਾਜਨੀਤੀ ਕਰਦੇ ਸੀ, ਜਿੱਥੇ ਅਸੀਂ ਰਾਜ ਭਾਗ ਹਾਸਲ ਕਰਦੇ ਸੀ, ਇੱਕ ਤੇ ਸਾਡੀ ਉਹ ਵੋਟ ਬੈਂਕ ਜਿਹੜਾ ਸਾਡੇ ਕੋਲ ਸਾਡੀਆਂ ਗਲਤੀਆਂ ਕਰਕੇ ਉਹ ਨਿਕਲ ਗਿਆ। ਦੂਸਰਾ, ਉਹਨਾਂ ਨੂੰ ਇਹ ਵੀ ਲੱਗਾ ਕਿ ਸੁਖਬੀਰ ਇੰਨਾ ਕੈਪੇਬਲ ਨਹੀਂ ਲੱਗਦਾ ਕਿ ਉਹ ਇਹਨੂੰ ਸਾਂਭ ਸਕੇ, ਤੇ ਉਹ ਹੋ ਸਕਦਾ ਕਿ ਬਾਦਲ ਸਾਹਿਬ ਦੀ ਵੀ ਕੋਈ ਜ਼ਿਆਦਾ ਮੰਨੀ ਦੀ ਨਾ ਹੋਵੇ, ਤੇ ਉਹ ਸਾਇਲੈਂਟ ਹੋ ਗਏ ਨੇ। ਕਿਉਂਕਿ ਅੱਗੇ ਜਦੋਂ ਵੀ ਕਿਤੇ ਅਕਾਲੀ ਦਲ ਦੇ ਵਿੱਚ ਬਖਰੇਵੇ ਹੁੰਦੇ ਰਹੇ ਆ ਤੇ ਸਰਦਾਰ ਸਿੰਘ ਬਾਦਲ ਲੀਡਰਾਂ ਦੇ ਕਦਮ ਲੀਡਰਾਂ 'ਚ ਚੱਲ ਜਾਂਦੇ ਰਹੇ ਆ, ਤੇ ਫਿਰ ਹਾਲਾਤ ਇਹ ਬਣ ਜਾਂਦੇ ਵੀ ਸ਼ਰਮੋ ਸ਼ਰਮੀ ਕਈ ਵਾਰ ਲੀਡਰ ਜਿਹੜੇ ਸੀ ਉਹ ਨਾਲ ਤੁਰ ਪੈਂਦੇ ਸੀ। ਔਰ ਉਹ ਕਲਚਰ ਜਿਹੜਾ ਸੀ ਅਕਾਲੀ ਦਲ ਵਾਲਾ, ਉਹ ਇਸ ਵਕਤ ਇਸ ਅਕਾਲੀ ਦਲ ਦੇ ਵਿੱਚ ਬਿਲਕੁਲ ਨਜ਼ਰ ਨਹੀਂ ਆ ਰਿਹਾ। ਇੱਥੇ ਤੇ ਸਿਰਫ ਆਪੋ ਆਪਣੀ ਚੌਧਰ ਦੀਆਂ ਜਿਹੜੀਆਂ ਗੱਲਾਂ। ਥੈਂਕ ਯੂ ਮਾਨ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ।
ਹਰਕਮਲ ਜੀ ਇਸ ਮੁੱਦੇ ਤੇ ਰਾਜਨ ਮਾਨ ਉਹਨਾਂ ਨੇ ਚਰਚਾ ਕੀਤੀ ਹੈ, ਪ੍ਰਾਸ਼ਾ ਜੀ ਨੇ ਪਹਿਲਾਂ ਕਮੈਂਟਸ ਕੀਤੇ ਹੈ। ਸਵਾਲ ਹੈ ਕਿ ਆਪਾਂ ਜਦੋਂ ਜਥੇਦਾਰ ਟੌੜਾ ਦੀ ਗੱਲ ਕਰਦੇ ਹਾਂ, ਉਸ ਦੌਰ ਦੀ ਗੱਲ ਕਰਦੇ ਹਾਂ, ਇੱਕ ਬਹੁਤ ਵੱਡਾ ਫਰਕ ਹੈ ਕਿ ਇਸ ਵੇਲੇ ਆਪ ਜਿਹੜੀ ਹੈਗੀ ਹੈ ਉਹ ਦੂਜੀ ਧਿਰ ਦੇ ਤੌਰ ਤੇ ਸਾਹਮਣੇ ਆਈ ਹੈ। ਕਿ ਜੇ ਆਪਾਂ ਗੱਲ ਕਰਦੇ ਹਾਂ ਜਿਸ ਤਰੀਕੇ ਨਾਲ ਕਹਿ ਰਹੇ ਹਾਂ ਕਿ ਢੀਂਡਸਾ ਸਾਹਿਬ ਦਾ ਨਵਾਂ ਅਕਾਲੀ ਦਲ ਆ ਗਿਆ, ਦੂਜੇ ਪਾਸੇ ਸੁਖਬੀਰ ਬਾਦਲ ਦਾ ਆਪਣਾ ਅਕਾਲੀ ਦਲ ਹੈ, ਕਾਂਗਰਸ ਪਾਰਟੀ ਇਹਦਾ ਫਾਇਦਾ ਉਠਾਏਗੀ ਜਾਂ ਜਿੱਦਾਂ ਦਾ ਕੈਪਟਨ ਅਮਰਿੰਦਰ ਦੀ ਆਪਣੀ ਸਰਕਾਰ ਦੀਆਂ ਪ੍ਰਸਥਿਤੀਆਂ, ਇੰਨਾ ਸੌਖਾ ਨਹੀਂ ਹੈਗਾ ਕਿ ਅਕਾਲੀ ਦਲ ਦੇ ਦੋ ਫਾੜ ਹੋਣ ਦਾ ਕੈਪਟਨ ਅਮਰਿੰਦਰ ਨੂੰ ਸਿੱਧਾ ਫਾਇਦਾ ਹੋਵੇ। ਆਮ ਆਦਮੀ ਵੀ ਹੈ, ਜੇ ਉਹ ਕੋਈ ਨਵਾਂ ਪੈਂਤੜਾ ਖੇਲਦੇ ਹੈ ਤਾਂ ਜਿਹੜਾ ਹੈਗਾ ਕੈਪਟਨ ਅਮਰਿੰਦਰ ਚਿੱਤ ਵੀ ਹੋ ਸਕਦੇ ਹੈ। ਇਹ ਕੋਈ ਗਰੰਟੀ ਨਹੀਂ ਕਿ ਇਹਦਾ ਫਾਇਦਾ ਅਮਰਿੰਦਰ ਨੂੰ ਹੀ ਜਾਏਗਾ। ਤੁਹਾਡੀ ਕੀ ਰਾਏ ਹੈ? ਜਗਤਾਰ ਜੀ ਦੇਖੋ, ਇਸ ਮੌਕੇ ਅਜੇ ਇਹਦੇ ਬਾਰੇ ਅੰਦਾਜ਼ਾ ਲਾਣਾ ਬਹੁਤ ਮੁਸ਼ਕਲ ਹੋਏਗਾ। ਰੀਜ਼ਨ ਬੀਇੰਗ ਜਿਹੜਾ ਵੋਟ ਬੈਂਕ ਇਹਨਾਂ ਨੂੰ ਮਿਲੇਗਾ ਨਵੇਂ ਅਕਾਲੀ ਦਲ ਨੂੰ, ਉਹ ਹੋਏਗਾ ਬੇਸਿਕਲੀ ਜਿਹੜਾ ਕਿ ਅਕਾਲੀ ਵੋਟ ਬੈਂਕ ਨੂੰ ਖੋਰਾ ਲੱਗਣਾ ਹੈ, ਜਿਹੜਾ ਅਕਾਲੀ ਵੋਟ ਬੈਂਕ ਟੁੱਟਣਾ ਹੈਗਾ, ਉਹ ਇਹਨਾਂ ਦੇ ਕੋਲ ਆਣਾ ਬੇਸਿਕਲੀ ਜੀ। ਜਿਹੜੇ ਨਾਖੁਸ਼ ਲੋਕ ਹੋਣਗੇ ਉਹਨਾਂ ਨੇ ਇਹਨਾਂ ਕੋਲ ਆਉਣਾ ਹੈ। ਜਿਹੜਾ ਜੇ ਤੁਸੀਂ ਕਹੋ ਕਿ ਆਮ ਆਦਮੀ ਪਾਰਟੀ ਜਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ, ਦੇਖੋ ਕਾਂਗਰਸ ਪਾਰਟੀ ਨੂੰ ਇਹਦਾ ਫਾਇਦਾ ਤਾਂ ਮਿਲਦਾ ਹੈਗਾ ਕਿ ਜੇ ਅਕਾਲੀਆਂ ਦੀ ਵੋਟ ਡਿਵਾਈਡ ਹੁੰਦੀ ਹੈ, ਉਹਦਾ ਐਡਵਾਂਟੇਜ ਦੂਜੀਆਂ ਪਾਰਟੀਆਂ ਨੂੰ ਹੈ। ਕਾਂਗਰਸ ਨੂੰ ਡੈਫੀਨੇਟਲੀ ਉਹਦਾ ਫਾਇਦਾ ਹੈਗਾ, ਲੇਕਿਨ ਅੱਜ ਦੀ ਡੇਟ 'ਚ ਅਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿ ਕਾਂਗਰਸ ਦਾ ਆਪਣਾ ਵੋਟ ਬੈਂਕ ਰਹਿ ਕਿੰਨਾ ਗਿਆ ਹੈ। ਰੀਜ਼ਨ ਬੀਇੰਗ ਕਿ ਉਹਨਾਂ ਦਾ ਸਟਾਕ ਬਹੁਤ ਥੱਲੇ ਗਿਆ ਹੋਇਆ, ਆਪਣਾ ਵੀ ਸਟਾਕ ਥੱਲੇ ਜਾਣ ਕਰਕੇ ਜੇ ਉਹਨਾਂ ਦਾ ਵੋਟ ਬੈਂਕ ਆਪ ਪਹਿਲਾਂ ਹੀ ਥੱਲੇ ਗਿਆ ਹੋਇਆ, ਉਹ ਕਿੰਨਾ ਕੁ ਫਾਇਦਾ ਲੈ ਸਕਣਗੇ ਅਜੇ ਅਸੀਂ ਕੋਈ ਅੰਦਾਜ਼ਾ ਨਹੀਂ ਲਾ ਸਕਦੇ। ਦੂਸਰੀ ਜਿਹੜੀ ਗੱਲ ਹੈਗੀ ਹੈ ਆਮ ਆਦਮੀ ਪਾਰਟੀ ਦੀ, ਸੇਮ ਪੋਜੀਸ਼ਨ ਅੱਜ ਦੀ ਡੇਟ 'ਚ ਆਮ ਆਦਮੀ ਪਾਰਟੀ ਦੀ ਹੈ ਕਿ ਉਹ ਬਹੁਤੇ ਰੈਲੇਵੈਂਟ ਪੰਜਾਬ ਦੀ ਸਿਆਸਤ 'ਚ ਅੱਜ ਨਹੀਂ ਹੈਗੇ। ਜੋ ਉਹਨਾਂ ਦਾ ਰੋਲ ਪਿਛਲੀ ਇਲੈਕਸ਼ਨ 'ਚ ਸੀ ਉਹ ਅੱਜ ਦੀ ਡੇਟ 'ਚ ਨਜ਼ਰ ਨਹੀਂ ਆ ਰਿਹਾ। ਪਰ ਜਿਵੇਂ ਤੁਸੀਂ ਕਿਹਾ ਕਿ ਜੇ ਕੱਲ ਨੂੰ ਕੋਈ ਉਹ ਨਵਾਂ ਪੈਂਤੜਾ ਪੰਜਾਬ 'ਚ ਆ ਕੇ ਖੇਡਦੇ ਨੇ, ਕਿਉਂਕਿ ਸਿਆਸਤ 'ਚ ਕੋਈ ਚੀਜ਼ ਸਥਿਰ ਨਹੀਂ ਹੁੰਦੀ, ਪੱਕੀ ਨਹੀਂ ਹੁੰਦੀ, ਔਰ ਉਹ ਕਿਸੇ ਤਰ੍ਹਾਂ ਜੇ ਪੰਜਾਬ ਦੇ ਲੋਕਾਂ ਨੂੰ ਦੁਬਾਰਾ ਵਰਗਲਾ ਸਕਦੇ ਨੇ ਤੇ ਨੈਚੁਰਲੀ ਉਹ ਵੀ ਫਾਇਦਾ ਲੈ ਸਕਦੇ ਨੇ। ਫਿਰ ਉਸ ਹਾਲਾਤ 'ਚ ਫਾਇਦਾ ਉਹਨਾਂ ਨੂੰ ਵੀ ਮਿਲ ਸਕਦਾ ਇਸ ਗੱਲ ਦਾ, ਅਕਾਲੀ ਵੋਟ ਡਿਵਾਈਡ ਹੋਣ ਦਾ। ਪਰ ਇਹ ਸਾਰੀਆਂ ਗੱਲਾਂ ਜੇ ਹਾਈਪੋਥੈਟੀਕਲ ਹੋਣਗੀਆਂ, ਇਹਨਾਂ ਬਾਰੇ ਜੇ ਅੰਦਾਜ਼ਾ ਲਾਣਾ ਬਹੁਤ ਮੁਸ਼ਕਲ ਹੋਏਗਾ। ਓਕੇ, ਥੈਂਕ ਯੂ ਵੈਰੀ ਮਚ ਪ੍ਰਾਸ਼ਾ ਜੀ। ਮੈਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਤੁਹਾਡੇ ਕਮੈਂਟਸ ਵੀ ਲੈਣਾ ਚਾਹਾਂਗਾ। ਇੱਕ ਪਾਸੇ ਆਮ ਆਦਮੀ ਪਾਰਟੀ ਹੈ, ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਇਸ ਵੇਲੇ ਸੱਤਾ 'ਚ ਬੈਠੇ ਹੈ, ਢੀਂਡਸਾ ਉਹਨਾਂ ਨੇ ਇੱਕ ਨਵਾਂ ਅਕਾਲੀ ਦਲ ਬਣਾਇਆ, ਸੁਖਬੀਰ ਬਾਦਲ ਦਾ ਆਪਣਾ ਪਹਿਲਾਂ ਹੀ ਅਕਾਲੀ ਦਲ ਕਾਇਮ ਹੈ। ਇਹਨਾਂ ਪ੍ਰਸਥਿਤੀਆਂ ਦੇ ਅੰਦਰ ਕੀ ਲੱਗਦਾ ਹੈ ਕਿ ਕਲੀਅਰ ਕੱਟ ਜਿਹੜਾ ਆਪ ਤੇ ਜਿਹੜੀ ਕੈਪਟਨ ਅਮਰਿੰਦਰ ਉਹਨਾਂ ਨੂੰ ਫਾਇਦਾ ਹੋਏਗਾ ਜਾਂ ਨਜ਼ਦੀਕ ਆ ਕੇ ਪ੍ਰਸਥਿਤੀਆਂ ਬਦਲ ਵੀ ਸਕਦੀਆਂ? ਜਗਤਾਰ ਜੀ, ਇਹ ਸਵਾਲ ਤੋਂ ਜਵਾਬ ਦੇਣ ਤੋਂ ਪਹਿਲੇ ਮੈਂ ਤੁਹਾਡਾ ਧਿਆਨ ਇਸ ਗੱਲ ਵੱਲ ਦੇਣਾ ਚਾਹੂੰਗਾ ਕਿ ਅਕਾਲੀ ਦਲ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੇ ਬਾਰੇ ਕੀ ਕਹਿੰਦਾ ਹੈ ਔਰ ਢੀਂਡਸਾ ਦਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਉਹਦੇ ਬਾਰੇ ਕੀ ਕਹਿੰਦਾ। ਉਹ ਦੋਨੋਂ ਨੂੰ ਕਹਿੰਦੇ ਆ ਕਿ ਜੇ ਕਾਂਗਰਸ ਦੀ ਇਹ ਪੈਦਾਇਸ਼ ਹੈਗੇ ਆ। ਆਮ ਆਦਮੀ ਪਾਰਟੀ ਨੂੰ ਕਹਿੰਦੇ ਨੇ ਕਿ ਇਹ ਕਾਂਗਰਸ ਦੀ ਬੀ ਟੀਮ ਹੈ, ਔਰ ਸ਼੍ਰੋਮਣੀ ਅਕਾਲੀ ਦਲ ਢੀਂਡਸੇ ਦੀ ਪਾਰਟੀ ਨੂੰ ਉਹ ਕਹਿੰਦੇ ਜੀ ਇਹ ਤਾਂ ਕਾਂਗਰਸ ਨਾਲ ਮਿਲ ਕੇ ਇਹਨਾਂ ਨੇ ਇਹ ਸ਼ੁਰੂ ਕੀਤਾ ਹੈ। ਹੁਣ ਇਹ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਅੱਜ ਤੋਂ 5 ਸਾਲ ਪਹਿਲੇ ਜੋ ਫੋਰਸ ਬਣ ਕੇ ਉੱਭਰੀ ਸੀ ਪੰਜਾਬ ਦੇ ਵਿੱਚ, ਉਹ ਹੁਣ ਉਹਦੇ ਕਿਤੇ ਨੇੜੇ ਤੇੜੇ ਵੀ ਨਹੀਂ ਹੈ, ਉਹਦੇ ਬਿਲਕੁਲ ਪੇਲ ਸ਼ੈਡੋ ਹੈ। ਪਾਰਟੀ ਖੇਰੀ ਖੇਰੀ ਹੋਈ ਹੈ, MP ਇਹਨਾਂ ਦੇ ਕਿਤੇ ਤੁਰੇ ਫਿਰਦੇ ਹੈ, ਔਰ ਇਹਨਾਂ ਦਾ ਕੀ ਹਾਲ ਹੈ ਉਹ ਆਪਾਂ ਜਿਹੜੇ ਪਾਰਲੀਮੈਂਟਰੀ ਇਲੈਕਸ਼ਨ ਹੋਏ ਆ ਲੋਕ ਸਭਾ ਦੇ, ਉਹਦੇ ਵਿੱਚ ਦੇਖ ਲਿਆ 2019 ਦੇ ਵਿੱਚ ਕੀ ਹਾਲ ਹੋਇਆ। ਸੋ ਮੈਂ ਸਮਝਦਾ ਹਾਂ ਕਿ ਆਮ ਆਦਮੀ ਪਾਰਟੀ ਕੋਲ ਹਾਲੇ ਤੱਕ ਨਾ ਤਾਂ ਕੋਈ ਏਜੰਡਾ ਹੈ, ਨਾ ਕੋਈ ਪ੍ਰੋਗਰਾਮ ਹੈ, ਔਰ ਨਾ ਹੀ ਕੋਈ ਆਈਡੀਓਲੋਜੀਕਲ ਕਮਿਟਮੈਂਟ ਜੇ ਇਹੋ ਜਿਹੀ ਚੀਜ਼ ਹੈ ਜਿਹੜੀ ਲੋਕਾਂ ਨੂੰ ਲੁਭਾ ਸਕੇ। ਤਾਂ ਇਸ ਕਰਕੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਚਾਹੇ ਪਾਰਟੀਆਂ ਚਾਹੇ ਚਾਰ ਹੋਣ, ਕਿ ਸ਼੍ਰੋਮਣੀ ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਪੰਥਕ ਅਕਾਲੀ ਦਲ ਜਿਹੜਾ ਢੀਂਡਸੇ ਦਾ ਹੈਗਾ ਉਹ ਹੋਵੇ, ਤੇ ਆਮ ਆਦਮੀ ਪਾਰਟੀ ਹੋਵੇ, ਚਾਹੇ ਚਕੋਣੀ ਪਾਰਟੀ ਹੋ ਸਕਦੀ ਹੈ, ਲੇਕਿਨ ਮੈਂ ਸਮਝਦਾ ਇਹਨਾਂ ਸਾਰਿਆਂ ਵਿੱਚੋਂ ਆਮ ਆਦਮੀ ਪਾਰਟੀ ਸਭ ਤੋਂ ਕਮਜ਼ੋਰ ਧਿਰ ਸਾਬਤ ਹੋਏਗੀ, ਔਰ ਇਹਨਾਂ ਦੀਆਂ ਵੋਟਾਂ ਖੁੱਲ੍ਹਣ ਜਾਣੀਆਂ। ਦੇਖੋ ਸੁਖਦੇ ਆਪਣਾ ਖਹਿਰਾ ਵਰਗੇ ਬੰਦੇ ਤਾਂ ਹੁਣ ਵੀ ਜਿਹੜੇ ਹੈ ਉਹ ਢੀਂਡਸੇ ਦਾ ਹੀ ਵੈਲਕਮ ਕਰੀ ਜਾ ਰਹੇ ਹੈ, ਔਰ ਮੌਕਾ ਭਾਲ ਰਹੇ ਹੈ ਕਿ ਕਦੋਂ ਮਾਰੀਏ। ਪ੍ਰਾਸ਼ਾ ਜੀ, ਥੈਂਕ ਯੂ ਵੈਰੀ ਮਚ। ਆਪਾਂ ਨੂੰ ਟੈਕਨੀਕਲੀ ਬ੍ਰੇਕ ਲੈਣੀ ਪੈਣੀ ਹੈ, ਇਸੇ ਮੁੱਦੇ ਤੇ ਵਾਪਸ ਆਵਾਂਗੇ। ਲੈ ਨੈਕਸਟ ਛੋਟੀ ਬ੍ਰੇਕ ਤੋਂ ਬਾਅਦ ਇੱਦਾਂ ਹੀ ਮੁੱਦਿਆਂ ਤੇ ਆ ਰਹੇ ਵਾਪਸ। ਪੰਜਾਬ ਦਾ ਇਸ ਵੇਲੇ ਜਿਹੜਾ ਪੋਲੀਟੀਕਲ ਸੀਨ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਢੀਂਡਸਾ ਨੇ ਨਵਾਂ ਅਕਾਲੀ ਦਲ ਬਣਾ ਲਿਆ,
ਸੁਖਬੀਰ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਪਹਿਲਾਂ ਹੀ ਕਾਇਮ ਹੈ। ਕੌਣ ਕਾਂਗਰਸ ਦੀ ਏ ਟੀਮ ਹੈ, ਕੌਣ ਕਾਂਗਰਸ ਦੀ ਬੀ ਟੀਮ ਹੈ, ਕਾਫੀ ਕੁਝ ਪੰਜਾਬ 'ਚ ਇੱਕ ਦੂਜੇ ਦੇ ਐਲੀਗੇਸ਼ਨ ਮੁੱਦਿਆਂ ਤੇ ਲੱਗ ਰਿਹਾ ਹੈ। ਇਹਨਾਂ ਸਾਰੇ ਮਾਮਲਿਆਂ ਨੂੰ ਆਪਾਂ ਚਰਚਾ 'ਚ ਲਵਾਂਗੇ ਨਿੱਕੀ ਜੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਡਿਬੇਟ ਦਰਸ਼ਕਾਂ ਦਾ ਸਵਾਗਤ। ਆਪਾਂ ਪੰਜਾਬ ਦੇ ਪੋਲੀਟੀਕਲ ਮੁੱਦਿਆਂ ਤੇ ਸੀਨੀਅਰ ਤੇ ਕਦਾਵਰ ਜਰਨਲਿਸਟਾਂ ਦੇ ਨਾਲ ਕਰ ਰਹੇ ਹਾਂ ਚਰਚਾ। ਪ੍ਰਾਸ਼ੀ ਜੀ, ਬ੍ਰੇਕ ਤੋਂ ਜਾਣ ਤੋਂ ਪਹਿਲਾਂ ਤੁਸੀਂ ਗੱਲ ਕਰ ਰਹੇ ਸੀ, ਮੈਂ ਸੰਖੇਪ ਜਿਹੇ ਕਮੈਂਟਸ ਤੁਹਾਡੇ ਲੈਣਾ ਚਾਹਾਂਗਾ ਜੀ। ਤੁਸੀਂ ਕਹਿ ਰਹੇ ਸੀਗੇ ਕਿ ਜਦੋਂ ਕਾਂਗਰਸ ਦੀ ਗੱਲ ਹੈ, ਉਹ ਕਦੇ ਆਪ ਨੂੰ ਕਿਹਾ ਜਾਂਦਾ ਹੈ ਕਿ ਕਾਂਗਰਸ ਦੀ ਬੀ ਟੀਮ ਹੈ, ਹੁਣ ਢੀਂਡਸਾ ਦਲ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਦੇ ਹਾਈ ਹਮਾਇਤੀ ਜਿਹੜਾ ਹੈਗਾ। ਕੀ ਅਕਾਲੀ ਦਲ ਦਾ ਪਹਿਲਾਂ ਤੋਂ ਹੀ ਇੱਕ ਰੁਝਾਨ ਰਿਹਾ ਜਾਂ ਤੌਰ ਤਰੀਕਾ ਕੰਮ ਕਰਨ ਦਾ ਕਿ ਜਿਹੜਾ ਵੀ ਬਗਾਵਤ ਕਰਦਾ ਹੈ ਉਹਦੇ ਤੇ ਕਾਂਗਰਸ ਦਾ ਠੱਪਾ ਲੱਗ ਜਾਂਦਾ ਹੈ? ਜੀ ਪ੍ਰਾਸ਼ੀ ਜੀ, ਸੰਖੇਪ ਤੁਹਾਡੇ ਮੈਂ ਵਿਚਾਰ ਲਵਾਂਗਾ। ਇਹ ਉਹਨਾਂ ਦਾ ਬੜਾ ਪੁਰਾਣਾ ਸਟਾਈਲ ਹੈ ਕਿ ਜਿਹੜਾ ਵਿਰੋਧੀ ਹੋਵੇ ਉਹਨੂੰ ਕਹਿੰਦੇ ਜੀ ਇਹਨਾਂ ਤੋਂ ਵਿਰੋਧੀਆਂ ਨੇ ਚੱਕਤਾ ਹੈ, ਕਾਂਗਰਸ ਨਾਲ ਮਿਲਿਆ ਹੈ ਜੀ। ਔਰ ਇਹਦੇ ਫੈਕਟ ਇਹ ਵੀ ਹੈਗਾ ਕਿ ਕੁਝ ਹੱਦ ਤੱਕ ਆਪਾਂ ਅਗਰ ਆਮ ਆਦਮੀ ਪਾਰਟੀ ਦੀ ਪਰਫਾਰਮੈਂਸ ਪੰਜਾਬ ਦੀ ਅਸੈਂਬਲੀ ਦੇ ਅੰਦਰ ਔਰ ਬਾਹਰ ਦੇਖੀਏ ਤਾਂ ਇਹ ਅੰਦਰ ਖਾਤੇ ਇਹਨਾਂ ਦਾ ਕੋਈ ਕਾਂਗਰਸ ਦੇ ਨਾਲ ਕੋਈ ਸਮਝੌਤਾ ਜ਼ਰੂਰ ਰਿਹਾ, ਚਾਹੇ ਉਹ ਐਚਐਸ ਦੀ ਜਿਹੜੀ ਮੈਂਬਰਸ਼ਿਪ ਹੈ ਅਸਤੀਫਾ ਦੇਣ ਤੋਂ ਬਾਅਦ ਉਹ ਬਚਾਉਣ ਲਈ ਕਿੱਦਾਂ ਲੰਬਾ ਮਾਮਲਾ ਖਿੱਚਿਆ ਗਿਆ ਸਾਡੇ ਸਾਰਾ ਨਜ਼ਰਾਂ ਦੇ ਸਾਹਮਣੇ ਹੈ। ਔਰ ਇੰਨੀ ਦੇਰ ਉਹ ਮੈਂਬਰ ਬਣੇ ਰਹੇ ਅਸਤੀਫਾ ਦੇਣ ਤੋਂ ਬਾਅਦ ਵੀ, ਤਾਂ ਇਹ ਕੋਈ ਨਾ ਕੋਈ ਤਾਂ ਅੰਡਰਸਟੈਂਡਿੰਗ ਹੈ ਨਾ। ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਆਮ ਆਦਮੀ ਪਾਰਟੀ ਬਿਲਕੁਲ ਹੀ ਕਾਂਗਰਸ ਦੇ ਥੱਲੇ ਲੱਗ ਗਈ ਹੈ ਜਾਂ ਬਿਲਕੁਲ ਹੀ ਕਾਂਗਰਸ ਪਾਰਟੀ ਦੇ ਇਹ ਹਿੱਸਾ ਬਣ ਗਿਆ ਹੈ, ਇੱਦਾਂ ਦੀ ਗੱਲ ਨਹੀਂ ਹੈ। ਮੈਂ ਸਮਝਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਆਪਣੀ ਹੋਂਦ ਸੈਪਰੇਟ ਜਿਹੜੀ ਹੈਗੀ ਹੈ ਉਹ ਬਰਕਰਾਰ ਰੱਖਦੇ ਹੋਏ ਲੋਕਾਂ ਨੂੰ ਪ੍ਰੂਵ ਵੀ ਕਰਨੀ ਪੈਣੀ ਹੈ। ਔਰ ਉਹਦੇ ਲਈ ਉਹਨਾਂ ਨੂੰ ਕੋਈ ਕ੍ਰੈਡੀਬਲ ਏਜੰਡਾ, ਕ੍ਰੈਡੀਬਲ ਲੀਡਰਸ਼ਿਪ ਲੈਣਾ ਪਏਗਾ, ਚਿਹਰਾ ਪੇਸ਼ ਕਰਨਾ ਪਏਗਾ। ਔਰ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਕਿ ਆਪਾਂ ਪਹਿਲੇ ਵੀ ਡਿਸਕਸ ਕੀਤਾ ਇੱਕ ਦੋ ਵਾਰ, ਅਗਰ ਨਵਜੋਤ ਸਿੱਧੂ ਵਰਗਾ ਕੋਈ ਬੰਦਾ ਉਹ ਉਹਨਾਂ ਨਾਲ ਜੁੜਦਾ ਹੈ ਤਾਂ ਫਿਰ ਬੜਾ ਭਾਰੀ ਸਿਆਸੀ ਜਿਹੜਾ ਹੈ ਇੱਕ ਨਵੇਂ ਸਮੀਕਰਨ ਬਣ ਗਏ ਪੰਜਾਬ ਦੇ ਵਿੱਚ। ਓਕੇ, ਥੈਂਕ ਯੂ ਵੈਰੀ ਮਚ। ਹਰਕਮ ਜੀ, ਅਹਿਮ ਮਾਮਲਾ ਹੈ ਜਿਹਦੇ ਤੇ ਪ੍ਰਾਸ਼ੀ ਜੀ ਨੇ ਵੀ ਗੱਲ ਕੀਤੀ ਹੈ ਔਰ ਮਾਮਲਾ ਅਹਿਮ ਹੀ ਨਹੀਂ ਹੈ, ਕੰਟਰੋਵਰਸ਼ਲ ਵੀ ਹੈ। ਪ੍ਰਾਸ਼ੀ ਜੀ ਨੇ ਕਿਹਾ ਹੈ ਕਿ ਆਪ ਵਾਲੇ ਕਿਸੇ ਹੱਦ ਤੱਕ ਵਾਕਈ ਉਹਨਾਂ ਦਾ ਕਹਿਣਾ ਹੈ ਕਿ ਸੌਫਟ ਕਾਰਨਰ ਰੱਖਦੇ ਆ ਕਾਂਗਰਸ ਦੇ ਪ੍ਰਤੀ। ਹੁਣ ਜਦੋਂ ਢੀਂਡਸਾ ਨੇ ਨਵਾਂ ਅਕਾਲੀ ਦਲ ਖੜਾ ਕੀਤਾ, ਢੀਂਡਸਾ ਆਪ ਤਾਂ ਸਖਤ ਕਮੈਂਟਸ ਆਏ ਉਹਦੇ ਕਾਂਗਰਸ ਦੇ ਬਾਰੇ ਵੀ ਔਰ ਅਮਰਿੰਦਰ ਦੇ ਬਾਰੇ ਵੀ, ਪਰ ਸੁਖਬੀਰ ਬਾਦਲ ਦੀ ਪਾਰਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਢੀਂਡਸਾ ਦਾ ਜਿਹੜਾ ਅਕਾਲੀ ਦਲ ਹੈ ਉਹ ਕਾਂਗਰਸ ਕਰਕੇ ਹੀ ਹੋਂਦ ਦੇ ਵਿੱਚ ਆਇਆ। ਪਿਛਲਾ ਤਜਰਬਾ ਵੀ ਬਾਦਲ ਦੇ ਸਮੇਂ 'ਤੇ ਵੀ ਜਿਹੜਾ ਛੱਡ ਕੇ ਜਾਂਦਾ ਸੀ ਇਹੀ ਐਲੀਗੇਸ਼ਨ ਲੱਗਦਾ ਰਿਹਾ। ਇੱਕ ਸੌਖਾ ਤਰੀਕਾ ਹੈ ਕਿ ਜਿਹੜਾ ਬਗਾਵਤ ਕਰਦਾ ਉਹਨੂੰ ਕਿਹਾ ਜਾਂਦਾ ਹੈ ਕਿ ਕਾਂਗਰਸ ਦਾ ਏਜੰਟ ਹੈ, ਕਾਂਗਰਸ ਦੀ ਬੀ ਟੀਮ ਹੈ। ਕੀ ਕਮੈਂਟਸ ਆ ਤੁਹਾਡੇ ਇਹ ਸਾਰੇ ਪੋਲੀਟੀਕਲ ਨਜ਼ਰੀਏ ਤੋਂ? ਜਗਤਾਰ ਜੀ, ਤਮਾਸ਼ੇ ਵਾਲੀ ਗੱਲ ਇਹ ਹੈਗੀ ਹੈ ਕਿ ਪਿਛਲੇ 3 ਸਾਲ ਤੋਂ ਪੰਜਾਬ 'ਚ ਰੌਲਾ ਤੇ ਇਸ ਗੱਲ ਦਾ ਪੈ ਰਿਹਾ ਹੈ ਕਿ ਸੁਖਬੀਰ ਤੇ ਕੈਪਟਨ ਆਪਸ 'ਚ ਰਲੇ ਹੋਏ ਨੇ। ਹੁਣ ਜੇ ਸੁਖਬੀਰ ਇਹ ਕਹੇ ਕਿ ਜੀ ਦੂਸਰੀ ਪਾਰਟੀ ਦੂਸਰੇ ਧੜੇ ਬਾਰੇ ਕਹੇ ਕਿ ਜੀ ਉਹ ਕਾਂਗਰਸ ਨਾਲ ਰਲ ਗਏ ਨੇ, ਉਹ ਤੇ ਵੈਸੇ ਹੀ ਲੋਕਾਂ 'ਚ ਹਾਸੋ ਹੀ ਨਹੀਂ ਗੱਲ ਹੋਏਗੀ। ਪ੍ਰਾਈਵੇਟਲੀ ਮੈਂ ਦੇਖਿਆ ਸਾਰੇ ਅਕਾਲੀ ਇਸ ਗੱਲ ਤੇ ਖਦਸ਼ਾ ਪ੍ਰਗਟ ਕਰਦੇ ਨੇ ਔਰ ਲੋਕਾਂ ਨੂੰ ਪੁੱਛਦੇ ਨੇ ਕਿ ਜੀ ਢੀਂਡਸਾ ਸਾਹਿਬ ਦੀ ਕਿਤੇ ਬੀਜੇਪੀ ਦੇ ਨਾਲ ਕੋਈ ਨੇੜਤਾ ਤੇ ਨਹੀਂ ਹੈਗੀ। ਕਾਂਗਰਸ ਬਾਰੇ ਨਹੀਂ ਕਦੀ ਉਹਨਾਂ ਨੂੰ ਚਿੰਤਾ ਹੋਈ, ਉਹਨਾਂ ਨੂੰ ਇਹ ਚਿੰਤਾ ਹੈ ਕਿ ਕਿਤੇ ਢੀਂਡਸਾ ਸਾਹਿਬ ਦੀ ਬੀਜੇਪੀ ਨਾਲ ਕੋਈ ਅੰਦਰ ਖਾਤੇ ਸਾਂਝ, ਮਾੜੀ ਮੋਟੀ ਕੋਈ ਅੰਡਰਸਟੈਂਡਿੰਗ ਨਾ ਹੋਵੇ, ਕੱਲ ਨੂੰ ਐਸਜੀਪੀਸੀ ਦੇ ਇਲੈਕਸ਼ਨਾਂ ਨਾ ਕਰਾ ਲੈਣ, ਸਾਡੇ ਲਈ ਕੋਈ ਪ੍ਰੋਬਲਮ ਕ੍ਰੀਏਟ ਨਾ ਕਰ ਦੇਣ। ਉਸ ਗੱਲ ਤੇ ਅਕਾਲੀ ਦਲ ਦੇ ਮੈਂ ਦੇਖਿਆ ਲੀਡਰ ਜ਼ਰੂਰ ਜਸੂਸੀ ਕਰਦੇ ਨੇ, ਪਤਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਜੋ ਮੈਨੂੰ ਲੱਗ ਰਿਹਾ ਕਿ ਇਹ ਬਿਆਨਬਾਜ਼ੀਆਂ ਜਿੰਨੀਆਂ ਮਰਜ਼ੀ ਕੀਤੀਆਂ ਜਾਣ, ਕਿਸੇ ਨੂੰ ਤੁਸੀਂ ਕਾਂਗਰਸ ਨਾਲ ਕਹਿ ਦਿਓ, ਉਹਦਾ ਕੋਈ ਬਹੁਤਾ ਲੰਬਾ ਚੌੜਾ ਅਸਰ ਮੈਨੂੰ ਨਹੀਂ ਲੱਗਦਾ ਹੋਣ ਵਾਲਾ ਹੈ। ਬੇਸਿਕ ਗੱਲ ਤੇ ਇਹ ਹੈਗੀ ਹੈ ਕਿ ਕੱਲ ਨੂੰ ਜਿਹੜੀਆਂ 22 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕਿਹੜੀ ਧਿਰ ਆਪਣੇ ਆਪ ਨੂੰ ਇੱਕ ਸਟਰੋਂਗ ਗਰੁੱਪ ਵਜੋਂ ਸਾਹਮਣੇ ਲੈ ਕੇ ਆ ਸਕੇਗੀ। ਦੇਖੋ, ਜਿਹੜੀ ਇੱਕ ਗੱਲ ਮੈਨੂੰ ਨਜ਼ਰ ਆ ਰਹੀ ਹੈ, ਜਿਵੇਂ ਢੀਂਡਸਾ ਸਾਹਿਬ ਨੇ ਆਪਣੀ ਪਾਰਟੀ ਦਾ ਨਾਂ ਰੱਖਿਆ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਸੁਖਬੀਰ ਨੂੰ ਬਾਹਰ ਕੱਢਿਆ। ਇਹਦਾ ਇੱਕ ਬੜੀ ਕਲੀਅਰ ਇੰਡੀਕੇਸ਼ਨ ਹੈ ਕਿ ਢੀਂਡਸਾ ਸਾਹਿਬ ਦੇ ਨਾਲ ਕੱਲ ਨੂੰ ਹੋਰ ਐਮਐਲਏ ਆਉਣ ਵਾਲੇ। ਉਹਨਾਂ ਨੇ ਆਪਣੀ ਪਾਰਟੀ ਨੂੰ ਅਕਾਲੀ ਦਲ ਇਸ ਲਈ ਬਣਾ ਕੇ ਰੱਖਿਆ ਹੈ ਤਾਂ ਕਿ ਉਹ ਕਲੇਮ ਕਰ ਸਕਣ ਕਿ ਸਾਡਾ ਅਸਲੀ ਅਕਾਲੀ ਦਲ ਹੈ। ਜਿਹੜਾ ਬੰਦਾ ਛੱਡ ਕੇ ਆਉਣਾ ਚਾਹੁੰਦਾ ਹੈ ਉਹਦੇ ਤੇ ਐਂਟੀ ਡਿਫੈਕਸ਼ਨ ਲਾ ਨਾ ਲੱਗੇ। ਇੱਕ ਤੇ ਉਹਨਾਂ ਦਾ ਆਪਣਾ ਬੇਟਾ ਹੀ ਹੈਗਾ ਜੀ, ਜੋ ਮੈਨੂੰ ਪਤਾ ਲੱਗਾ 2-3 ਐਮਐਲਏ ਹੋਰ ਵੀ ਨੇ ਜਿਹੜੇ ਉਹਨਾਂ ਵੱਲ ਆਉਣਾ ਚਾਹੁੰਦੇ ਨੇ। ਸੋ ਪੋਸੀਬਿਲਿਟੀ ਕਿ ਆਉਣ ਵਾਲੇ ਦਿਨਾਂ 'ਚ ਕੁਝ ਲੋਕ ਇਹੋ ਜਿਹੇ ਜਿਹੜੇ ਨੇ ਐਮਐਲਏ, ਦੂਜੇ ਤੀਜੇ ਸੀਨੀਅਰ ਲੀਡਰ ਵੀ ਅਜੇ ਹੋਰ ਦੌੜ ਕੇ ਆਉਣਗੇ ਕਈ ਇਹਨਾਂ ਵੱਲ।
ਸੋ ਮੈਨੂੰ ਲੱਗਦਾ ਕਿ ਜੇ ਢੀਂਡਸਾ ਸਾਹਿਬ ਇਸ ਕੰਮ 'ਚ ਕਾਮਯਾਬ ਹੋ ਗਏ ਕਿ ਉਹ ਆਪਣੀ ਪਾਰਟੀ ਨੂੰ ਇੱਕ ਮਜ਼ਬੂਤ ਧਿਰ ਵਾਂਗੂ ਖੜੇ ਕਰ ਗਏ ਔਰ ਦੂਜੇ ਜਿਹੜੇ ਕੁਝ ਗਰੁੱਪ ਹੈਗੇ ਨੇ ਉਹਨਾਂ ਨਾਲ ਠੀਕ ਉਹ ਗੱਠਜੋੜ ਕਰ ਗਏ ਤਾਂ ਇੱਕ ਬੜੀ ਬਰਾਬਰ ਦੀ ਸਾਰਿਆਂ ਦੇ ਬਰਾਬਰ ਦੀ ਧਿਰ ਬਣ ਜਾਏਗੀ। ਔਰ ਜਿਵੇਂ ਪ੍ਰਾਸ਼ਰ ਜੀ ਨੇ ਕਿਹਾ ਬਿਲਕੁਲ ਠੀਕ ਹੈ ਕਿ ਜੋ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਵੋਟ ਉਹ ਮਿਲੀ ਸੀ ਜਿਹੜੀ ਕਿ ਅਕਾਲੀ ਦਲ ਤੋਂ ਨਾ ਖੁਸ਼ ਸੀ, ਪਰ ਜਿਹੜਾ ਪੰਥਕ ਵੋਟ ਬੈਂਕ ਜਿਹੜਾ ਅਕਾਲੀ ਦਲ ਤੋਂ ਨਾਰਾਜ਼ ਸੀ ਉਹ ਆਮ ਆਦਮੀ ਪਾਰਟੀ ਨੂੰ ਚਲਾ ਗਿਆ ਸੀ। ਮੈਨੂੰ ਲੱਗਦਾ ਕਿ ਇਸ ਅਗਲੀ ਇਲੈਕਸ਼ਨ 'ਚ ਉਹਨੇ ਮੁੜ ਕੇ ਹੁਣ ਢੀਂਡਸਾ ਸਾਹਿਬ ਕੋਲ ਆ ਜਾਣਾ ਹੈ ਸੇਮ ਵੋਟ ਬੈਂਕ। ਸੋ ਮੈਨੂੰ ਇਹ ਲੱਗ ਰਿਹਾ ਕਿ ਜਿਹੜਾ ਅਸੀਂ ਜੇ ਇਹ ਬਿਲਕੁਲ ਮੈਨੂੰ ਵੀ ਗੱਲ ਠੀਕ ਲੱਗ ਰਹੀ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਸਾਰੀਆਂ ਧਿਰਾਂ 'ਚੋਂ ਥੱਲੇ ਜਾ ਸਕਦੀ ਹੈ। ਬਿਲਕੁਲ ਠੀਕ ਕਿਹਾ ਪ੍ਰਾਸ਼ਰ ਸਾਹਿਬ ਨੇ। ਓਕੇ ਹਰਕਮਲ ਜੀ, ਇੱਕ ਅਹਿਮ ਜਿਹੜਾ ਮਾਮਲਾ ਜਿਸ ਮਾਮਲੇ ਦਾ ਤੁਸੀਂ ਜ਼ਿਕਰ ਵੀ ਕੀਤਾ ਉਹ ਇਹ ਹੈ ਕਿ ਅਕਾਲੀ ਦਲ ਦੇ ਐਮਐਲਏ ਟੁੱਟ ਕੇ ਢੀਂਡਸਾ ਵੱਲ ਆ ਸਕਦੇ ਆ। ਢੀਂਡਸਾ ਦਾ ਗਰੁੱਪ ਜਿਹੜਾ ਹੈਗਾ ਮਜ਼ਬੂਤ ਹੋਣ ਦੀ ਜਿੱਦਾਂ ਆਪਾਂ ਕਮੈਂਟਸ ਕਰ ਰਹੇ ਹਾਂ। ਇੱਕ ਸਿੱਧਾ ਜਿਹਾ ਮਾਮਲਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ। ਉਸ ਮਾਮਲੇ ਤੇ ਢੀਂਡਸਾ ਸਾਹਿਬ ਨੇ ਆਵਾਜ਼ ਉਠਾਈ ਹੈ। ਹੁਣ ਕਿਉਂਕਿ ਡੇਰਾ ਮੁਖੀ ਦੇ ਖਿਲਾਫ ਇੱਕ FIR ਵੀ ਦਰਜ ਹੋ ਗਈ ਹੈ ਤੇ ਮਾਮਲਾ ਨਵੇਂ ਸਿਰੇ ਤੋਂ ਗਰਮ ਹੋ ਗਿਆ ਹੈ। ਇਸ ਮੁੱਦੇ ਤੇ ਵੀ ਢੀਂਡਸੇ ਉਹਨਾਂ ਦਾ ਜਿਹੜਾ ਸਟੈਂਡ ਹੈ ਉਹ ਲੱਗਦਾ ਹੈ ਜਿਹੜੀਆਂ ਪੰਥਕ ਵੋਟਾਂ ਦੀ ਆਪਾਂ ਗੱਲ ਕਰਦੇ ਹਾਂ ਉਹ ਢੀਂਡਸਾ ਵੱਲ ਆ ਸਕਦੀਆਂ ਜਿੱਦਾਂ ਬੇਮੁਖ ਹੋਏ ਆ ਉਹ ਸੁਖਬੀਰ ਬਾਦਲ ਦੀ ਅਗਵਾਈ ਤੋਂ। ਕੀ ਲੱਗਦਾ ਹੈ ਕਿ ਇਹਦੇ ਨਾਲ ਪੰਥਕ ਵੋਟ ਜਿਹੜੀ ਇਸ ਪਾਸੇ ਨੂੰ ਆ ਸਕਦੀ ਹੈ? ਦੇਖੋ, ਜਿਹੜਾ ਅਕਾਲੀ ਦਲ ਦਾ ਪੰਥਕ ਵੋਟ ਬੈਂਕ ਟੁੱਟਣ ਦੇ ਜਿਹੜੇ ਕੁਝ ਕਾਰਨ ਸੀ ਉਹਨਾਂ ਚੋਂ ਮੁੱਖ ਕਾਰਨ ਜਿਹੜਾ ਇਹ ਸੀ ਕਿ ਅਕਾਲੀ ਦਲ ਨੇ ਇਹੋ ਜਿਹੇ ਡੇਰਾਵਾਦ ਨੂੰ ਇਨਕਰੇਜ ਕੀਤਾ ਔਰ ਇਹ ਜਿਹੜੇ ਡੇਰੇ ਸਨ ਉਹਨਾਂ ਦੇ ਤੋਂ ਪੋਲੀਟੀਕਲ ਐਡਵਾਂਟੇਜ ਲੈਣ ਲਈ ਉਹਨਾਂ ਦੇ ਨਾਲ ਉਹਨਾਂ ਨੇ ਸਮਝੌਤੇ ਕੀਤੇ। ਇੱਥੋਂ ਤੱਕ ਕਿ ਅਕਾਲੀ ਦਲ ਦੇ ਆਪਣੇ ਦਫ਼ਤਰ ਤੋਂ ਟੈਲੀਫੋਨ ਜਾਂਦੇ ਰਹੇ ਪਿਛਲੀਆਂ ਇਲੈਕਸ਼ਨਾਂ 'ਚ ਐਮਐਲਏਆਂ ਨੂੰ ਕਿ ਤੁਸੀਂ ਸਾਰੇ ਜਣੇ ਜੀ ਫਲਾਣੀ ਡੇਟ ਨੂੰ ਫਲਾਣੇ ਟਾਈਮ ਡੇਰੇ ਤੇ ਪਹੁੰਚੋ ਤੇ ਬਾਬਾ ਜੀ ਨੂੰ ਮੱਥਾ ਟੇਕ ਕੇ ਆਓ। ਸਾਰੇ ਜਣੇ ਉੱਥੇ ਪਹੁੰਚ ਰਹੇ ਨੇ, ਅਸੀਂ ਉਹਨਾਂ ਕੋਲ ਵੋਟਾਂ ਲੈਣੀਆਂ ਤੇ ਸਾਰੇ ਉੱਥੇ। ਮੈਨੂੰ ਕਈ ਕੈਂਡੀਡੇਟਸ ਨੇ ਆਪ ਦੱਸਿਆ ਉਸ ਇਲੈਕਸ਼ਨ 'ਚ, ਕੁਝ ਬੰਦੇ ਨਹੀਂ ਗਏ ਵਿੱਚੋਂ 2-4 ਜਿਹੜੇ ਉਹ ਕਹਿੰਦੇ ਅਸੀਂ ਨਹੀਂ ਜਾਣਾ ਜੀ ਭਾਵੇਂ ਹਾਰ ਜਾਈਏ। ਜੇ ਅਕਾਲੀ ਦਲ ਦਾ ਹੈੱਡਕੁਆਟਰ ਅਕਾਲੀ ਦਲ ਦੀ ਲੀਡਰਸ਼ਿਪ ਇਸ ਢੰਗ ਦੇ ਨਾਲ ਸਾਰੇ ਆਪਣੇ ਕੈਂਡੀਡੇਟਸ ਨੂੰ ਬਾਬੇ ਦੇ ਕੋਲ ਮੱਥੇ ਟੇਕਣ ਲਈ ਭੇਜਦੀ ਰਹੀ ਹੈ, ਜਿਹਨੂੰ ਅੱਜ ਦੀ ਡੇਟ 'ਚ ਨੇਮ ਕੀਤਾ ਗਿਆ ਹੈ ਦਰਬਾਰ ਸਾਹਿਬ ਦੀ ਬੇਹੁਰਮਤੀ ਦੇ ਕੇਸਾਂ ਦੇ ਵਿੱਚ, ਬੇਅਦਬੀ ਦੇ ਕੇਸਾਂ 'ਚ, ਮੈਨੂੰ ਦੱਸੋ ਇਹ ਗੱਲਾਂ ਆਫਟਰ ਸਿੱਖਾਂ ਨੂੰ ਵੀ ਸਮਝ ਪੈ ਰਹੀਆਂ, ਸਿੱਖ ਵੋਟ ਬੈਂਕ ਨੂੰ ਵੀ ਸਮਝ ਪੈ ਰਹੀਆਂ ਤੇ ਅਕਾਲੀ ਦਲ ਕਿਵੇਂ ਉਹਨਾਂ ਵੋਟਾਂ ਨੂੰ ਲੈਣ ਦੀ ਆਸ ਰੱਖ ਸਕਦਾ ਹੈ ਜਾਂ ਉਹਨਾਂ ਲੋਕਾਂ ਨੂੰ ਕੀ ਸਫਾਈ ਕੱਲ ਨੂੰ ਦੇਵੇਗਾ। ਇਹ ਬੜੀ ਮੁਸ਼ਕਲ ਗੱਲ ਹੋਏਗੀ ਮੈਨੂੰ ਲੱਗਦਾ ਹੈ। ਔਰ ਜੋ ਮੈਨੂੰ ਲੱਗ ਰਿਹਾ ਹੈ ਜਿਸ ਢੰਗ ਦੇ ਨਾਲ ਪੰਜਾਬ ਗਵਰਨਮੈਂਟ ਚੱਲ ਰਹੀ ਹੈ ਜਾਂ ਜਿਸ ਢੰਗ ਦੇ ਨਾਲ ਕੇਸ ਚੱਲ ਰਿਹਾ ਹੈ, ਮੈਨੂੰ ਲੱਗ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਜਾ ਕੇ ਬਾਬੇ ਨੂੰ ਵੀ ਇੰਟਰੋਗੇਟ ਕਰਨਗੇ, ਉਹਦੀ ਪੁੱਛਗਿੱਛ ਕਰਨਗੇ। ਰੀਜ਼ਨ ਬੀਇੰਗ ਕਿ ਬਾਬੇ ਦਾ ਡਾਇਰੈਕਟ ਨਾਮ ਉਸ ਕੇਸ 'ਚ ਆ ਰਿਹਾ। ਮੈਂ ਜਿਹੜੀ ਪੁਲਿਸ ਅਫਸਰਾਂ ਨਾਲ ਗੱਲ ਕੀਤੀ ਜਿਹੜੇ ਇਨਵੈਸਟੀਗੇਸ਼ਨ 'ਚ ਇਨਵੋਲਵ ਹੈਗੇ ਨੇ, ਉਹ ਕਹਿੰਦੇ ਜੀ ਕਿ ਜਿਹੜੇ ਬੰਦੇ ਇਹਨਾਂ ਨੇ ਫੜੇ ਹੈਗੇ ਨੇ ਉਹ ਡਾਇਰੈਕਟ ਕਹਿੰਦੇ ਨੇ ਜੀ ਕਿ ਸਾਨੂੰ ਹੈੱਡਕੁਆਟਰ ਤੋਂ ਡੇਰੇ ਤੋਂ ਮੈਸੇਜ ਆਇਆ ਸੀ ਵੀ ਆਹ ਕੰਮ ਕਰਨਾ ਹੈ, ਪੈਸੇ ਵੀ ਉੱਥੋਂ ਆਏ ਸੀ, ਪ੍ਰੋਟੈਕਸ਼ਨ ਵੀ ਉਹਨਾਂ ਦੀ, ਸਭ ਕੁਝ ਉਹਨਾਂ ਦਾ ਸੀ। ਜੇ ਉਹ ਉੱਥੋਂ ਆ ਰਹੇ ਸੀ, ਸਿਰਫ ਕੜੀ ਵਿੱਚ ਇਹ ਵੀ ਕਿ 1-2 ਬੰਦੇ ਜਿਹਨਾਂ ਨੂੰ ਮਿਲੇ ਨਹੀਂ ਹੈਗੇ, ਜਿਹੜਾ ਬਾਬਾ ਜੀ ਦਾ PA ਜਿਹੜਾ ਹੈਗਾ ਜਿਹੜਾ ਕਿ ਮੈਸੇਜ ਦੇ ਰਿਹਾ ਸੀ, ਜੇ ਉਹਨੂੰ ਵੀ ਪੁਲਿਸ ਉਹਦੇ ਤੱਕ ਪਹੁੰਚ ਜਾਂਦੀ ਹੈ ਔਰ ਮੇਰੇ ਖਿਆਲ 'ਚ ਉਸ ਕੇਸ ਦੇ ਵਿੱਚ ਡਾਇਰੈਕਟ ਬਾਬਾ ਜੀ ਵੀ ਇਨਵੋਲਵ ਹੋ ਸਕਦੇ ਨੇ ਉਸ ਕੇਸ ਦੇ ਵਿੱਚ, ਕਿਉਂਕਿ ਉਹਨਾਂ ਦੇ ਨੌਲੇਜ ਹੋਏਗਾ ਸਾਰਾ ਕੁਝ। ਤੇ ਮੈਨੂੰ ਲੱਗਦਾ ਕਿ ਮੈਨੂੰ ਦੱਸੋ ਕਿ ਸੁਖਬੀਰ ਜਾਂ ਬਾਕੀ ਅਕਾਲੀ ਲੀਡਰ ਜਿਹੜੇ ਕਿ ਬਾਬੇ ਦੇ ਬਹੁਤ ਨੇੜੇ ਲੱਗੇ ਹੋਏ ਸੀ, ਉਹ ਕੀ ਸਫਾਈ ਸਿੱਖ ਪੰਥ ਨੂੰ ਦੇਣਗੇ ਕਿ ਉਹ ਕਿੰਨਾ ਲੋਕਾਂ ਦੇ ਨਾਲ ਮਿਲ ਕੇ ਪੋਲੀਟੀਕਲ ਐਡਵਾਂਟੇਜ ਲੈਣ ਦੀ ਕੋਸ਼ਿਸ਼ ਕਰ ਰਹੇ ਸੀ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਸੀ, ਕਾਪੀਆਂ ਪਾੜ ਰਹੇ ਸੀ ਜਾਂ ਜੋ ਕੁਝ ਵੀ ਕਰ ਰਹੇ ਸੀ। ਮੈਨੂੰ ਲੱਗਦਾ ਕਿ ਅਕਾਲੀ ਦਲ ਲਈ ਇਹ ਸਾਰੀ ਸਿਚੁਏਸ਼ਨ ਜਿਹੜੀ ਹੈ ਬਹੁਤ ਹੀ ਤੁਸੀਂ ਕਹਿ ਸਕਦੇ ਹੋ ਅਜੀਬ ਬਣੀ ਹੋਈ ਹੈ, ਬਹੁਤ ਖਤਰਨਾਕ ਹੈ, ਜਿਹਦੇ ਚੋਂ ਉਹਨਾਂ ਲਈ ਨਿਕਲਣਾ ਬਹੁਤ ਮੁਸ਼ਕਲ ਹੋਏਗਾ। ਓਕੇ, ਥੈਂਕ ਯੂ ਕਮਲ ਜੀ, ਥੈਂਕ ਯੂ ਵੈਰੀ ਮਚ। ਰਾਜਮਾਨ, ਜਿਸ ਅਹਿਮ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਕੈਪਟਨ ਅਮਰਿੰਦਰ ਜਿਨ੍ਹਾਂ ਨੇ FIR ਦਰਜ ਕੀਤੀ ਹੈ, ਹਰਕਮਲ ਉਹਨਾਂ ਦਾ ਕਹਿਣਾ ਹੈ ਕਿ ਡੇਰਾ ਮੁਖੀ ਨੂੰ ਪੁੱਛਗਿੱਛ ਕੀਤੀ ਜਾਏਗੀ। ਉਹ ਇੱਕ ਦੂਜਾ ਪੜਾਅ ਹੈ, ਪੁੱਛਗਿੱਛ ਹੁੰਦੀ ਹੈ, ਕਿੰਨਾ ਦਿਨਾਂ ਦੇ 'ਚ ਹੁੰਦੀ ਹੈ, ਪਰ ਕੈਪਟਨ ਅਮਰਿੰਦਰ ਨੇ FIR ਦਰਜ ਕਰਕੇ ਜਿਹੜਾ ਪੰਜਾਬੀਆਂ ਸਿੱਖ ਭਾਈਚਾਰੇ ਇੱਕ ਮੈਸੇਜ ਦਿੱਤਾ ਹੀ ਦਿੱਤਾ ਕਿ ਅਕਾਲੀ ਦਲ ਡੇਰਾ ਮੁਖੀ ਦੇ ਖਿਲਾਫ FIR ਨਹੀਂ ਦਰਜ ਕਰਾ ਸਕਿਆ, ਉਲਟਾ ਸੁਨੇਹੇ ਜਾਂਦੇ ਸੀ ਉਹਨਾਂ ਦੀ ਮਦਦ ਦੇ। ਕੈਪਟਨ ਅਮਰਿੰਦਰ ਨੇ ਉਹ ਕੁਝ ਕੀਤਾ। ਦੂਜੇ ਪਾਸੇ ਢੀਂਡਸਾ ਹੁਣੀ ਇਸ ਮੁੱਦੇ ਤੇ ਲੈ ਕੇ ਸਵਾਲ ਖੜੇ ਹੈ। ਇਹ ਸਾਰੇ ਮਾਮਲਿਆਂ ਦੇ ਉੱਤੇ ਲੱਗਦਾ ਕਿ ਅਕਾਲੀ ਦਲ ਜਿਹੜਾ ਹੈਗਾ ਆਪਣੇ ਹੀ ਜਾਲ ਦੇ 'ਚ ਘਿਰਦਾ ਨਜ਼ਰ ਆ ਰਿਹਾ ਹੈ।
ਜੀ ਮਾਨ ਜੀ। ਸਭ ਇਹ ਗੱਲ ਬੜੀ ਕਲੀਅਰ ਹੈ ਕਿ ਅਕਾਲੀ ਦਲ ਆਪਣੇ ਜਿਹੜਾ ਜਾਲ ਸੀ ਉਹਦੇ ਵਿੱਚ ਵਾਕਿਆ ਆਪ ਹੀ ਖੁਦ ਫਸਦਾ ਨਜ਼ਰ ਆ ਰਿਹਾ ਵਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ 3 ਸਾਲ ਦਾ ਅਰਸਾ ਜਿਹੜਾ ਸੀ, ਜਿਹੜੀ ਢਿੱਲੀ ਰਫ਼ਤਾਰ ਸੀ, ਉਸ ਨੂੰ ਵੀ ਲੋਕਾਂ ਵੱਲੋਂ ਜਿਹੜਾ ਵਾ ਉਹ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਸੀ। ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਜਿਹੜੇ ਉਹ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਕੈਪਟਨ ਅਮਰਿੰਦਰ ਸਿੰਘ, ਜਿਵੇਂ ਪਹਿਲਾਂ ਵੀ ਆਪਾਂ ਗੱਲ ਚੁੱਕੇ ਹਾਂ, ਕਿ ਅਕਾਲੀ ਦਲ ਨਾਲ ਰਲੇ ਆ। ਪਰ ਕਿਤੇ ਨਾ ਕਿਤੇ ਇੱਕ ਗੱਲ ਇਹ ਵੀ ਹਲਕਿਆਂ ਦੇ ਵਿੱਚ ਚੱਲਦੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਵੀ ਹੈ, ਇੱਕ ਗੱਲ ਬੜੀ ਕਲੀਅਰ ਹੈ ਕਿ ਜੇ ਉਹ ਸੱਤਾ ਵਿੱਚ ਆਉਣ ਲਈ ਉਹਨੇ ਜਿਹੜੀ ਪੌੜੀ ਚੜ੍ਹੀ ਸੀ, ਉਹਨੇ ਆਸਰਾ ਲਿਆ ਸੀ, ਉਹਨੇ ਸਿਰਫ ਤੇ ਸਿਰਫ 2 ਚੀਜ਼ਾਂ ਦਾ ਆਸਰਾ ਲੈ ਕੇ ਸੱਤਾ ਦੇ ਵਿੱਚ ਆਏ ਸੀ ਕੈਪਟਨ ਅਮਰਿੰਦਰ ਸਿੰਘ। ਇੱਕ ਤੇ ਇਹ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦਾ ਮਾਮਲਾ ਜਿਹੜਾ ਵਾ, ਮੈਂ ਉਹਨਾਂ ਦੋਸ਼ੀਆਂ ਨੂੰ ਸਜ਼ਾ ਦਿਵਾਵਾਂਗਾ, ਔਰ ਦੂਸਰਾ ਨਾਲ ਇਹ ਸੀ ਕਿ ਮੈਂ ਪੰਜਾਬ 'ਚੋਂ ਨਸ਼ਾ ਮੁਕਤੀ ਵਾਸਤੇ ਉਹਨਾਂ ਗੱਲ ਕੀਤੀ ਸੀ ਵੀ ਚਿੱਟਾ ਖਤਮ ਕਰਾਂਗਾ, ਪੰਜਾਬ ਨੂੰ ਨਸ਼ਾ ਮੁਕਤ ਕਰਾਂਗਾ। ਔਰ ਇਹ 2 ਮੇਨ ਜਿਹੜੇ ਮੇਜਰ ਜਿਹੜੇ ਮੈਂ ਗੱਲ ਕਹਾਂਗਾ, ਠੀਕ ਹੈ, ਬਾਕੀ ਹੈਗੇ ਸੀ ਸਮਾਰਟਫੋਨਾਂ 'ਚ ਜਾਂ ਦੂਸਰੇ ਹੋਰ ਵਾਅਦੇ ਵੀ ਬੜੇ ਕੀਤੇ ਸੀ, ਚਲੋ ਉਹ ਕੀਤੇ, ਉਹ ਪੂਰੇ ਨਹੀਂ ਕੋਈ ਵੀ ਹੋਇਆ ਜੇ। ਪਰ ਇਹ 2 ਜਿਹੜੇ ਮੇਜਰ ਸੀ ਚੀਜ਼ਾਂ, ਔਰ ਇਹਨਾਂ ਦੋਵਾਂ ਚੀਜ਼ਾਂ ਨੂੰ ਲੈ ਕੇ ਪੰਜਾਬ ਦੇ ਲੋਕ ਖਫਾ ਸੀ। ਪੰਜਾਬ ਦੇ ਲੋਕਾਂ ਨੂੰ ਲੱਗ ਰਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਕਿਉਂ ਨਹੀਂ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਖਾਸ ਕਰਕੇ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹ ਕਾਰਵਾਈ ਕਿਉਂ ਨਹੀਂ ਕਰ ਰਹੇ, ਕਿਉਂ ਢਿੱਲੇ ਚੱਲ ਰਿਹਾ। ਔਰ ਇਸ ਕਰਕੇ ਜਿਹੜਾ ਹੁਣ ਇਹਨਾਂ ਨੇ ਕਦਮ ਚੁੱਕਿਆ ਵਾ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਸਿੱਟ ਬਣਾਈ ਸੀ, ਉਹਨਾਂ ਵੱਲੋਂ ਜਿਹੜਾ ਕਦਮ ਚੁੱਕੇ ਗਏ ਨੇ, ਇਹ ਇੱਕ ਦੇਖੋ ਕਾਂਗਰਸ ਵਾਸਤੇ ਹਾਲ ਦੀ ਘੜੀ ਇੱਕ ਚੰਗਾ ਸੰਕੇਤ ਤੇ ਹੈਗਾ ਕਿ ਕਾਂਗਰਸ ਨੂੰ ਮਤਲਬ ਕਿ ਕੁਝ ਕਿਸੇ ਤਰ੍ਹਾਂ ਦੀ ਰਿਲੀਫ ਮਿਲ ਸਕਦੀ। ਜਿਹੜੇ ਲੋਕੀ ਸਵਾਲ ਕਰ ਰਹੇ ਸੀ ਉਹ ਤੋਂ ਕੁਛ, ਮਤਲਬ ਕਿ ਮੈਂ ਇਹ ਨਹੀਂ ਕਹਾਂਗਾ ਕਿ ਕਾਂਗਰਸ ਨੂੰ ਬੜੀ ਵੱਡੀ ਰਾਹਤ ਮਿਲ ਜੇਗੀ ਇਸ ਗੱਲ ਤੋਂ, ਹੁਣੇ ਹਾਲ ਦੀ ਘੜੀ ਕੁਛ ਨਹੀਂ। ਜਿੰਨਾ ਚਿਰ ਤੱਕ ਕੋਈ ਵੱਡੀ ਕਾਰਵਾਈ ਨਹੀਂ ਹੁੰਦੀ, ਵੱਡੇ ਬੰਦੇ ਜਿਹੜੇ ਦੋਸ਼ੀ ਉਹਨਾਂ ਨੂੰ ਫੜਿਆ ਨਹੀਂ ਜਾਂਦਾ, ਉਹਨਾਂ ਚਿਰ ਤੱਕ ਲੋਕਾਂ ਦਾ ਗੁੱਸਾ ਠੰਡਾ ਨਹੀਂ ਹੋਊਗਾ। ਇਹ ਠੀਕ ਹੈ, ਹਾਂ, ਕੁਛ ਆਪਣੇ ਸਵਾਲਾਂ ਤੋਂ ਬਚਣ ਲਈ ਹਾਲ ਦੀ ਘੜੀ ਇਹ ਬਚ ਸਕਦੇ ਨੇ ਕਿ ਲੋਕਾਂ ਨੂੰ ਇਹ ਕਹਿ ਸਕਦੇ ਹਾਂ ਜੀ ਅਸੀਂ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਔਰ ਅਕਾਲੀ ਦਲ ਵਾਸਤੇ ਆਉਣ ਵਾਲਾ ਜਿਹੜਾ ਸਮਾਂ ਨਾ ਉਹ ਬੜਾ ਗੰਭੀਰ ਹੁੰਦਾ ਜਾ ਰਿਹਾ, ਕਿਉਂਕਿ ਇੱਕ ਤੇ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੋਂ ਲੈ ਕੇ ਸਰਕਾਰ ਜਿਹੜੀ ਉਹਨਾਂ ਨੂੰ ਟਾਈਟ ਕਰੀ ਜਾ ਰਹੀ ਆ, ਦੂਸਰਾ ਪਾਰਟੀ ਦੇ ਅੰਦਰ ਇੰਨੇ ਕੁ ਬਖਰੇਵੇਂ ਪੈ ਗਏ ਨੇ, ਪਾਰਟੀ ਦੇ ਅੰਦਰ ਬਾਕੀ ਸੁਰਾਂ ਇੰਨੀਆਂ ਕਿ ਜਿਵੇਂ ਕਵਲਜੀਤ ਜੀ ਨੇ ਵੀ ਕਹਿ ਦਿੱਤਾ ਕਿ ਕਈ ਐਮਐਲਏ ਜਿਹੜੇ ਆ ਉਹ ਛੱਡ ਕੇ ਜਾਣ ਨੂੰ ਤਿਆਰ ਹੈ। ਬਿਲਕੁਲ ਇਹਨਾਂ ਦੀ ਗੱਲ ਸਹੀ ਆ, ਕਈ ਐਮਐਲਏ ਔਰ ਕਈ ਅਕਾਲੀ ਦਲ ਦੇ ਬਹੁਤ ਸੀਨੀਅਰ ਨੇਤਾ ਜਿਹੜੇ ਨੇ ਉਹ ਢੀਂਡਸਾ ਸਾਹਿਬ ਦੇ ਨਾਲ ਇਸ ਵੇਲੇ ਸੰਪਰਕ ਦੇ ਵਿੱਚ ਆ, ਉਹ ਵਕਤ ਦਾ ਇੰਤਜ਼ਾਰ ਕਰ ਰਹੇ ਨੇ। ਇਸ ਕਰਕੇ ਅਕਾਲੀ ਦਲ ਵਾਸਤੇ ਇਹ ਬਹੁਤ ਔਖੇ ਹੋ ਗਏ ਨੇ। ਅਕਾਲੀ ਦਲ ਵਾਸਤੇ ਆਪਣਾ ਉਹ ਹੋਂਦ ਤਲਾਸ਼ ਰਿਹਾ ਵਾ ਅਕਾਲੀ ਦਲ ਕਿ ਮੈਂ ਕਿੱਦਾਂ ਲੜਨਾ ਵਾ ਲੋਕਾਂ ਤੱਕ। ਦੇਖੋ ਅਕਾਲੀ ਦਲ ਦੇ ਪੈਂਤੜੇ ਵੇਖੋ ਕਿੱਦਾਂ ਅਪਣਾ ਰਿਹਾ ਵਾ ਲੋਕਾਂ ਦੇ ਵਿੱਚ ਜਾਣ ਲਈ, ਕਿ ਜੇ ਪੰਜਾਬ ਦੇ ਵਿੱਚ ਹੁਣ ਕੋਈ ਹੋਰ ਮੁੱਦਾ ਤੇ ਹੈ ਨਹੀਂ। ਜੇ ਆਪਾਂ ਬੀਜੇਪੀ ਜੇ ਸੈਂਟਰ ਦੀ ਗੱਲ ਕਰਦੇ ਹਾਂ, ਸੈਂਟਰ ਦੇ ਵਿੱਚ ਆਰਡੀਨੈਂਸ 3 ਲੈ ਕੇ ਆਈ ਹੈ ਸੈਂਟਰ ਸਰਕਾਰ, ਉੱਥੇ ਅਕਾਲੀ ਦਲ ਖਾਮੋਸ਼ ਆ, ਉੱਥੇ ਉਹਨਾਂ ਦੀ ਪਿੱਠ ਥਾਪੜ ਰਿਹਾ ਵਾ। ਔਰ ਪੰਜਾਬ ਦੇ ਵਿੱਚ ਜੇ ਮਹਿੰਗਾਈ ਦੀ ਗੱਲ ਆਈ ਆ, ਛੋਟੀ ਜਿਹੀ ਗੱਲ ਆਉਂਦੀ ਆ ਕੋਈ, ਤੇ ਬੱਸਾਂ ਦੇ ਕਿਰਾਏ ਦੀ ਗੱਲ ਆ ਜਾਂਦੀ ਆ, ਤੇ ਇੱਥੇ ਅਕਾਲੀ ਦਲ ਉੱਠ ਕੇ ਧਰਨੇ ਲਾਉਣੇ ਸ਼ੁਰੂ ਕਰ ਦਿੰਦਾ। ਮਤਲਬ ਕਿ ਦੋਹਰੇ ਮਾਪਦੰਡ ਅਪਣਾਏ, ਮੁਖੌਟੇ ਉਹਨਾਂ ਦੇ ਕੇਂਦਰ ਵੇਲੇ ਕੋਈ ਹੋਰ ਪਾ ਲੈਂਦੇ ਔਰ ਪੰਜਾਬ ਵੇਲੇ ਹੋਰ ਪਾ ਲੈਂਦੇ। ਇਸ ਕਰਕੇ ਅਕਾਲੀ ਦਲ ਵਾਸਤੇ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਵਾਲੀ ਮਾਮਲਾ ਜਿਹੜਾ ਬੇਅਦਬੀ ਵਾਲਾ ਵਾ ਉਹ ਬਹੁਤ ਔਖਾ ਹੋ ਗਿਆ ਉਹਨਾਂ ਵਾਸਤੇ। ਆਉਣ ਵਾਲਾ ਵਕਤ ਜਿਹੜਾ ਹੋਰ ਇਹਨਾਂ ਵਾਸਤੇ ਖਤਰਨਾਕ ਹੋਊਗਾ, ਕਿਉਂਕਿ ਦੋਈ ਬੰਨੇ ਨਾਲ ਸੱਟ ਵੱਜ ਰਹੀ ਹੈ। ਇੱਕ ਉਧਰੋਂ ਟਾਈਟ ਹੋ ਰਿਹਾ ਔਰ ਦੂਸਰਾ ਅੰਦਰ ਬਗਾਵਤਾਂ ਪਾਰਟੀ ਦੇ ਅੰਦਰ ਜਿਹੜੀਆਂ ਵੱਡੇ ਪੱਧਰ ਤੇ ਫੈਲ ਗਈਆਂ ਨੇ, ਉਹਨਾਂ ਦਾ ਵੀ ਨੁਕਸਾਨ ਇਹਨਾਂ ਨੂੰ ਬਹੁਤ ਹੋਇਆ। ਥੈਂਕ ਯੂ ਪ੍ਰਾਸ਼ੀ ਜੀ। ਇੱਕ ਹੋਰ ਅਹਿਮ ਸਵਾਲ ਜਿਹੜਾ ਸਾਰੇ ਪੰਥੇ ਖਿਲਾਰੇ ਚੋਂ ਜਿਹੜਾ ਸਾਹਮਣੇ ਆ ਰਿਹਾ ਹੈ, ਜਿੱਦਾਂ ਆਪਾਂ ਚਰਚਾ ਕਰ ਰਹੇ ਹਾਂ ਕਿ ਸੁਖਬੀਰ ਬਾਦਲ ਦੀ ਲੀਡਰਸ਼ਿਪ ਲਈ ਵੱਡੀ ਚੁਣੌਤੀ, ਜਦੋਂ ਤੱਕ ਸਵਾਲ ਹੈ ਢੀਂਡਸਾ ਦਾ, ਉਹਨਾਂ ਦੀ ਲੀਡਰਸ਼ਿਪ ਆਉਣ ਵਾਲੇ ਦਿਨਾਂ 'ਚ ਸਾਬਤ ਹੋਏਗਾ ਕਿੰਨੀ ਇਸਟੈਬਲਿਸ਼ ਹੁੰਦੀ ਹੈ। ਇੱਕ ਪੰਥਕ ਜਾਂ ਪੰਜਾਬੀ ਲੀਡਰਸ਼ਿਪ ਜਿਹੜੀ ਖੇਤਰੀ ਪਾਰਟੀ ਦੀ ਲੀਡਰਸ਼ਿਪ ਦਾ ਚਿਹਰਾ ਮੋਹਰਾ ਸੀ, ਜਿਹੜਾ ਪਹਿਲਾਂ ਕਿਸੇ ਵੇਲੇ ਲੌਂਗੋਵਾਲ ਵੇਲੇ ਰਿਹਾ, ਤਲਵੰਡੀ ਵੇਲੇ ਰਿਹਾ, ਬਾਦਲ ਵੇਲੇ ਲੰਮਾ ਸਮਾਂ ਰਿਹਾ, ਜਿੱਥੇ ਦਾ ਟੌੜਾ ਵੀ ਇਸ ਖੇਤਰੀ ਧਿਰ ਦਾ ਇੱਕ ਵੱਡਾ ਚਿਹਰਾ ਸੀਗਾ, ਉਹ ਜਿਹੜਾ ਕਿਤੇ ਖਿਲਾ ਨਜ਼ਰ ਆ ਰਿਹਾ ਹੈ। ਪ੍ਰਾਸ਼ਾ ਜੀ ਜਿਹੜਾ ਹੈਗਾ ਉਹ ਚਿਹਰਾ ਜਿਹੜਾ ਖੇਤਰੀ ਧਿਰ ਦਾ ਹੋਣਾ ਚਾਹੀਦਾ ਸੀਗਾ, ਉਹਦੀ ਵੀ ਇੱਕ ਵੱਡੀ ਇੰਤਜ਼ਾਰ ਹੈ ਕਿ ਕੌਣ ਉਸ ਦੀ ਜਗ੍ਹਾ ਲਵੇਗਾ। ਇਹ ਫੈਸਲਾ ਵੀ ਸ਼ਾਇਦ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਕੜਮਾਸ ਦੇ ਵਿੱਚੋਂ ਜੇ ਜਦੋਜਹਿਦ 'ਚੋਂ ਕੋਈ ਸ਼ਾਇਦ ਸਾਹਮਣੇ ਆਏਗਾ। ਪ੍ਰਾਸ਼ਾ ਜੀ ਕਿਵੇਂ ਦੇਖਦੇ ਹੋ? ਵਿਕਾਸ ਜੀ ਇਹ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਆਉਣ ਵਾਲੇ ਦਿਨ ਹੀ ਸਾਬਤ ਕਰਨਗੇ ਕਿ ਪੰਜਾਬ ਦੇ ਵਿੱਚ ਅਸਲੀ ਅਕਾਲੀ ਦਲ ਕਿਹੜਾ ਹੈਗਾ, ਕਿਉਂਕਿ ਹੁਣ ਢੀਂਡਸੇ ਨੇ ਜਿਹੜੀ ਆਪਣੀ ਪਾਰਟੀ ਬਣਾ ਕੇ ਉਹਨੇ ਇਸ਼ੂ ਉਹ ਚੱਕਿਆ, ਪੰਥਕ ਵੋਟ, ਪੰਥਕ ਏਜੰਡਾ ਤੇ ਪੰਥਕ ਮੁੱਦੇ, ਇਹਨਾਂ ਨੂੰ ਲੈ ਕੇ ਉਹਨਾਂ ਨੇ ਸ਼ੁਰੂ ਕੀਤੇ ਕਿ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਇਹ ਸਭ ਤੋਂ ਵੱਡੀ ਗੱਲ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਉਹਨਾਂ ਦੇ ਜਿਹੜੇ ਪ੍ਰੈਸਟੀਜ ਨੂੰ ਜਿਹੜਾ ਧੱਕਾ ਲਾਇਆ ਅਕਾਲੀਆਂ ਦੇ ਰਾਜ ਦੇ ਵਿੱਚ, ਉਹਨੂੰ ਕਿਵੇਂ ਰਿਸਟੋਰ ਕਰਨਾ। ਸੋ ਮੇਰਾ ਕਹਿਣਾ ਇਹਦੇ ਵਿੱਚ ਇਹ ਹੈ ਕਿ 2022 ਦੇ ਇਲੈਕਸ਼ਨ ਤੋਂ ਪਹਿਲੇ ਇੱਕ ਜਿਹੜਾ ਹੋਰ ਟੈਸਟ ਜਿਹੜਾ ਆਉਣਾ ਹੈ ਅਕਾਲੀ ਦਲ ਲਈ ਵੀ, ਢੀਂਡਸੇ ਲਈ ਵੀ ਔਰ ਬਾਕੀ ਪਾਰਟੀਆਂ ਲਈ ਵੀ, ਉਹ ਹੋਏਗਾ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ।
ਔਰ ਸ਼੍ਰੋਮਣੀ ਕਮੇਟੀ ਬਿਲਕੁਲ ਦੇ ਠੀਕ। ਇਲੈਕਸ਼ਨ ਲਈ ਮੈਂ ਸਮਝਦਾ ਹਾਂ ਕਿ ਢੀਂਡਸਾ ਸਾਹਿਬ ਨੇ ਪਹਿਲੇ ਐਲਾਨ ਕਰਤਾ ਹੈ ਕਿ ਅਸੀਂ ਜਾ ਕੇ ਉੱਥੇ ਇਲੈਕਸ਼ਨ ਲੜਾਂਗੇ। ਸਾਰੀ ਪਾਰਟੀਆਂ ਜਿੰਨੇ ਅਕਾਲੀ ਦੇ ਸਪਲਿੰਟਰ ਗਰੁੱਪ ਹੈਗੇ ਆ ਉਹ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਾਂ ਇਹ ਲੜਾਂਗੇ। ਉਹਦੇ ਵਿੱਚ ਦੇਖੋ ਉਹਨਾਂ ਨੂੰ ਨਾਲ ਇਹ ਅਕਾਲੀ ਦਲ 1920 ਦੀ ਵੀ ਮਦਦ ਮਿਲੇਗੀ। ਉਸ ਤੋਂ ਇਲਾਵਾ ਜਿਹੜਾ ਇਹ ਸਰਬਜੋਤ ਸਿੰਘ ਹੋਰ ਹੈਗੇ ਆ, ਉਹਨਾਂ ਦੀ ਵੀ ਮਦਦ ਮਿਲੇਗੀ ਔਰ ਰਵਿੰਦਰ ਸਿੰਘ ਦਾ ਜਿਹੜਾ ਹੈਗਾ ਉਹ ਵੀ ਚੱਲੇਗਾ। ਆਈ ਐਮ ਸ਼ੋਰ ਕਿ ਸਿਮਰਨਜੀਤ ਮਾਨ ਵੀ ਇਸ ਮੁੱਦੇ ਤੇ ਜਿੰਨਾ ਕੁ ਉਹਨਾਂ ਦਾ ਐਂਟੀ ਬਾਦਲ ਹੈਗੇ ਆ, ਇਹ ਸਾਰਿਆਂ ਨੇ ਇਕੱਠੇ ਹੋ ਕੇ ਪਹਿਲੇ ਸ਼੍ਰੋਮਣੀ ਕਮੇਟੀ ਨੂੰ ਪੈਣਾ ਹੈ, ਕਿਉਂਕਿ ਇਹ ਸਮਝਦੇ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਾਰੀ ਆਪਣੀ ਜਿਹੜੀ ਸਟਰੈਂਥ ਹੈ, ਜਿਹੜਾ ਉਹਦਾ ਬੇਸ ਹੈ, ਉਹ ਸ਼੍ਰੋਮਣੀ ਕਮੇਟੀ ਵਿੱਚ ਹੈ। ਅਗਰ ਸ਼੍ਰੋਮਣੀ ਕਮੇਟੀ ਕਾਬੂ ਆ ਜਾਂਦੀ ਹੈ, ਉਸ ਤੋਂ ਬਾਅਦ ਪਾਰਟੀ ਉੱਤੇ ਕਾਬੂ ਹੋਣ ਤੇ ਕੋਈ ਨਹੀਂ ਰੁਕ ਸਕੇਗਾ। ਸੋ ਪਹਿਲਾ ਟੈਸਟ ਜਿਹੜਾ ਹੈ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨਾਂ ਵਿੱਚ ਆਉਣਾ ਹੈ ਔਰ ਮੈਂ ਸਮਝਦਾ ਹਾਂ ਕਿ ਉਹਦੇ ਲਈ 2 ਸਾਲ ਦਾ ਇੰਤਜ਼ਾਰ ਨਹੀਂ ਕਰਨਾ ਪੈਣਾ, ਆਪਾਂ ਨੂੰ ਪਹਿਲੇ ਇਹਦਾ ਫੈਸਲਾ ਹੋ ਜਾਣਾ। ਬਿਲਕੁਲ ਸਹੀ। ਹਰਕਮਲ ਜੀ, ਮੈਂ ਤੁਹਾਡੇ ਕੋਲੋਂ ਵੀ ਇਸ ਮਾਮਲੇ ਤੇ ਕਮੈਂਟਸ ਲੈਣਾ ਚਾਹਾਂਗਾ। ਅਕਸਰ ਇਹ ਕਿਹਾ ਜਾਂਦਾ ਹੈ ਕਿ ਜਿਸ ਕੋਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸੇ ਦਾ ਹੀ ਸ਼੍ਰੋਮਣੀ ਅਕਾਲੀ ਦਲ ਹੈ। ਲੰਬਾ ਸਮਾਂ ਬਾਦਲ ਦੀ ਅਗਵਾਈ ਵਾਲਾ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਕਾਬਜ਼ ਰਿਹਾ, ਪਰ ਪਿਛਲੇ ਕਈ ਸਾਲਾਂ ਤੋਂ ਜਿਸ ਤਰੀਕੇ ਨਾਲ SGPC ਦੇ ਪ੍ਰਬੰਧ ਨੂੰ ਲੈ ਕੇ ਜਥੇਦਾਰਾਂ ਦੀਆਂ ਨਿਯੁਕਤੀਆਂ ਤੇ ਉਹਨਾਂ ਦੇ ਜਿਹੜੇ ਕੰਮ ਕਰਨ ਦੇ ਢੰਗ ਤਰੀਕੇ, ਉਹਨਾਂ ਬਾਰੇ ਜਿਹੜੇ ਸਵਾਲ ਉੱਠ ਰਹੇ ਹੈ, ਉਹ ਜਿਹੜਾ ਸਾਰਾ ਨਿਗਾਰ ਹੋਇਆ, ਉਸ ਮੁੱਦੇ ਤੇ ਵੀ ਇੱਕ ਵੱਡੀ ਲੜਾਈ ਆਉਣ ਵਾਲੇ ਦਿਨਾਂ 'ਚ ਲੜੀ ਜਾ ਸਕਦੀ ਹੈ, ਜਿਹੜੀ ਕਿ ਫੈਸਲਾਕੁਨ ਹੋ ਸਕਦੀ ਹੈ ਅਕਾਲੀ ਦਲ ਲਈ ਵੀ, ਪੰਥਕ ਲੀਡਰਸ਼ਿਪ ਲਈ ਵੀ। ਕੀ ਕਹੋਗੇ ਇਸ ਮੁੱਦੇ ਤੇ ਹਰਕਮਲ ਜੀ? ਜਗਤਾਰ ਜੀ, ਇਸ ਵੇਲੇ ਆਮ ਜਿਹੜਾ ਸਧਾਰਨ ਸਿੱਖ ਹੈ ਉਹਦੇ ਚ ਬਹੁਤ ਵੱਡਾ ਇੱਕ ਰੋਸ ਹੈਗਾ ਹੈ ਜਿਸ ਢੰਗ ਦੇ ਨਾਲ ਮਗਰਲੇ 8-10 ਸਾਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਲਾਇਆ ਗਿਆ ਹੈ। ਦੇਖੋ, ਪ੍ਰਕਾਸ਼ ਸਿੰਘ ਬਾਦਲ ਜਿੰਨੀ ਦੇਰ ਐਕਟਿਵ ਰਹੇ ਨੇ ਸਿਆਸਤ 'ਚ, ਉਹਨਾਂ ਦਾ ਇੱਕ ਬੜਾ ਮੈਨੂੰ ਲੱਗਦਾ ਸਪਸ਼ਟ ਨਿਸ਼ਾਨਾ ਸੀ ਕਿ ਗੁਰਦੁਆਰਿਆਂ ਦੇ ਕੰਮ 'ਚ ਦਖਲ ਨਹੀਂ ਦੇਣਾ, ਔਰ ਉਹਨਾਂ ਨੇ ਕਦੀ ਕੋਈ ਬਹੁਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਮ 'ਚ ਦਖਲ ਨਹੀਂ ਦਿੱਤਾ। ਇਹੀ ਕਾਰਨ ਸੀ ਕਿ ਟੋੜਾ ਸਾਹਿਬ ਇੰਨਾ ਲੰਬਾ ਸਮਾਂ ਉੱਥੇ ਪ੍ਰਬੰਧ ਦੇਖਦੇ ਰਹੇ ਔਰ ਬਾਦਲ ਸਾਹਿਬ ਨੇ ਕਦੀ ਦਖਲ ਨਹੀਂ ਦਿੱਤਾ। ਲੇਕਿਨ ਹੁਣ ਜਿਹੜੇ ਮਗਰਲੇ 10 ਸਾਲ ਸੀ ਉਹਦੇ 'ਚ ਜਿੰਨਾ ਇੰਟਰਫੀਰੈਂਸ ਸ਼੍ਰੋਮਣੀ ਕਮੇਟੀ ਦੇ ਕੰਮ ਦੇ ਵਿੱਚ ਅਕਾਲੀਆਂ ਨੇ ਦਿੱਤਾ ਜਾ ਕੇ ਜਾਂ ਸੁਖਬੀਰ ਨੇ ਕੀਤਾ, ਉਹ ਲੋਕਾਂ ਤੋਂ ਹਜ਼ਮ ਨਹੀਂ ਹੋ ਰਿਹਾ। ਪਿੱਛੇ ਤੁਸੀਂ ਦੇਖੀ ਹੋਣੀ ਇੱਕ ਕਿਤਾਬ ਆਈ ਹੈਗੀ ਹੈ ਜਿਹੜੇ ਸ਼੍ਰੋਮਣੀ ਕਮੇਟੀ ਦੇ ਚੀਫ ਸੈਕਟਰੀ ਸੁਖਬੀਰ ਨੇ ਲਗਾਈ ਸੀ, ਸਰਦਾਰ ਹਰਚਰਨ ਸਿੰਘ, ਉਹਨਾਂ ਨੇ ਕਿਤਾਬ ਲਿਖੀ ਹੈ, ਪਰ ਉਹ ਆਪਣੇ ਆਪ 'ਚ ਇੱਕ ਮੂੰਹ ਬੋਲਦੀ ਤਸਵੀਰ ਹੈਗੀ ਹੈ ਕਿ ਸ਼੍ਰੋਮਣੀ ਕਮੇਟੀ ਦਾ ਕੰਮ ਕਿਸ ਢੰਗ ਦੇ ਨਾਲ ਚੱਲ ਰਿਹਾ ਹੈ, ਕਿਵੇਂ ਅਕਾਲੀ ਦਲ ਉਹਦੇ 'ਚ ਇੰਟਰਫੀਅਰ ਕਰ ਰਿਹਾ ਹੈ, ਕਿਵੇਂ ਇਹ ਧਾਰਮਿਕ ਅਦਾਰੇ ਦੇ ਫੰਡਾਂ ਨੂੰ ਉਜਾੜਿਆ ਜਾ ਰਿਹਾ ਹੈ ਸਿਆਸੀ ਕੰਮਾਂ ਲਈ ਔਰ ਸਿਆਸੀ ਆਪਣੇ ਜਿਹੜੇ ਮਨੋਰਥ ਨੇ ਉਹਨਾਂ ਦੀ ਪੂਰਤੀ ਲਈ। ਮੈਨੂੰ ਲੱਗਦਾ ਹੈ ਕਿ ਇਹ ਸਾਰੀਆਂ ਗੱਲਾਂ ਦਾ ਨੈਕਸਟ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ, ਜਿਹੜੀ ਕਿ ਮੈਨੂੰ ਲੱਗਦਾ ਹੈ ਕਾਫੀ ਚਾਂਸਸ ਨੇ ਕਿ ਉਹ 22 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਹੋ ਜਾਏਗੀ, ਔਰ ਜੇ ਉਹ ਹੋ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਸਿੱਖ ਕੌਮ ਨੇ ਅਕਾਲੀਆਂ ਨੂੰ ਤੋਂ ਇਸ ਗੱਲ ਦਾ ਜਵਾਬ ਪੁੱਛਣਾ ਹੈ, ਸੁਖਬੀਰ ਬਰਾਂ ਤੋਂ ਉਸ ਗੱਲ ਦਾ ਜਵਾਬ ਮੰਗਿਆ ਜਾਏਗਾ, ਜਿਹੜਾ ਕਿ ਉਹਨਾਂ ਲਈ ਬਹੁਤ ਮੁਸ਼ਕਲ ਹੋ ਜਾਣਾ ਹੈ। ਇੱਕ ਜਗਤਾਰ ਜੀ, ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਇੱਕ ਜਿਹੜਾ ਬਹੁਤ ਅਹਿਮ ਮੁੱਦਾ ਜਿਹੜਾ ਹੈ ਨਾ, ਜਿਹੜਾ ਕਿ 22 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਔਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਆ ਸਕਦਾ ਹੈ, ਉਹ ਇੱਕ ਜਿਹੜਾ ਕੋਟਕਪੂਰਾ ਤੇ ਬਹਿਬਲ ਕਲਾਂ ਦਾ ਕੇਸ ਜਿਹੜਾ ਹੈ ਉਹ ਵੀ ਹੁਣ ਫਾਈਨਲ ਸਟੇਜ ਤੇ ਜਾ ਰਿਹਾ ਹੈ। ਉਹਦੇ 'ਚ ਜਿਸ ਢੰਗ ਦੇ ਨਾਲ ਉੱਥੇ ਤਸ਼ੱਦਦ ਹੋਇਆ, ਗੋਲੀ ਚੱਲੀ, ਸਿੱਖ ਨੌਜਵਾਨ ਮਾਰੇ ਗਏ, ਤੁਹਾਨੂੰ ਕੀ ਲੱਗਦਾ ਕਿ ਕੱਲ ਨੂੰ DGP ਕਹੇਗਾ ਕਿ ਜੀ ਮੈਂ ਕਿਸੇ ਨੂੰ ਪੁੱਛਿਆ ਨਹੀਂ ਸੀ, ਮੈਂ ਆਪਣੇ ਤੌਰ ਤੇ ਮਾਰਤੇ ਸੀ ਉਹ ਜਾ ਕੇ ਸਾਰੇ, ਜਾਂ ਮੈਂ ਉਹ ਮੇਰਾ ਪਰਸਨਲ ਫੈਸਲਾ ਸੀ ਕਿ ਸਾਰਿਆਂ ਨੂੰ ਚੁੱਕ ਦਿਓ, ਤਸ਼ੱਦਦ ਕਰੋ ਜਾਂ ਜੋ ਮਰਜ਼ੀ ਕਰੋ। ਆਫਟਰ ਆਲ ਉਹ ਗਵਰਨਮੈਂਟ ਦਾ ਫੈਸਲਾ ਸੀ, ਉਹ ਕਿਸੇ ਗਵਰਨਮੈਂਟ ਦੀਆਂ ਡਾਇਰੈਕਸ਼ਨਸ ਤੇ ਕੰਮ ਕਰ ਰਿਹਾ ਸੀ, ਔਰ ਇਹ ਤੁਸੀਂ ਦੇਖ ਲਿਓ ਆਉਣ ਵਾਲੇ ਦਿਨਾਂ 'ਚ ਸਾਰਾ ਕੁਝ ਸਾਹਮਣੇ ਆਏਗਾ। ਔਰ ਉਹਦੇ 'ਚ ਦੋਸ਼ੀ ਕੌਣ ਬਣਨ ਵਾਲਾ ਹੈ? ਹੋਮ ਮਿਨਿਸਟਰ ਕੌਣ ਸੀ? ਉਹ ਸੁਖਬੀਰ। ਉਹ ਜਿੰਨਾ ਮਰਜ਼ੀ ਕਹਦੇ ਜੀ ਮੈਂ ਪੰਜਾਬ ਤੋਂ ਬਾਹਰ ਸੀ ਜਾਂ ਜੋ ਮਰਜ਼ੀ ਸੀ, ਜਾਂ CM ਉਸ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ। ਮੈਨੂੰ ਲੱਗਦਾ ਕਿ ਇਹਨਾਂ ਲਈ ਇਹ ਬਹੁਤ ਵੱਡਾ ਹੋਰ ਅਹਿਮ ਮੁੱਦਾ ਇੱਕ ਉਹਨਾਂ ਲਈ ਆਉਣ ਵਾਲਾ ਹੈ, ਜਿਹੜਾ ਕਿ ਬਹੁਤ ਵੱਡਾ ਕ੍ਰਾਈਸਿਸ ਹੈ ਉਹਨਾਂ ਲਈ। ਉਹਨਾਂ ਨੂੰ ਉਹਦੇ ਲਈ ਵੀ ਜਵਾਬਦੇਹ ਬਣਨਾ ਪਏਗਾ, ਔਰ ਕੱਲ ਨੂੰ ਉਹਦਾ ਇੱਕ ਲੀਗਲ ਇਸ਼ੂ ਵੀ ਹੈਗਾ, ਔਰ ਦੂਜਾ ਕੌਮ ਦੇ ਸਾਹਮਣੇ ਵੀ ਜਵਾਬ ਦੇਣਾ ਪਏਗਾ ਕਿ ਤੁਸੀਂ ਇਹ ਕਿਉਂ ਕੀਤਾ, ਕਿਉਂ ਤੁਸੀਂ ਇੱਕ ਅਕਾਲੀ ਗਵਰਨਮੈਂਟ ਨੇ ਇਹੋ ਜਿਹਾ ਤਸ਼ੱਦਦ ਕੀਤਾ, ਨੌਜਵਾਨ ਮਾਰੇ ਔਰ ਇਹੋ ਜਿਹਾ ਐਕਸ਼ਨ ਲਿਆ। ਮੈਨੂੰ ਲੱਗਦਾ ਕਿ ਇਹ ਵੀ ਇੱਕ ਬੜਾ ਮੇਜਰ ਇਹਨਾਂ ਲਈ ਆਉਣ ਵਾਲੇ ਦਿਨਾਂ 'ਚ ਇੱਕ ਇਸ਼ੂ ਹੈਗਾ, ਜਿਹਦਾ ਕਿ ਉਹਨਾਂ ਨੂੰ ਆਉਣ ਵਾਲੀਆਂ ਇਲੈਕਸ਼ਨਾਂ 'ਚ ਔਰ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ 'ਚ ਵੀ ਜਵਾਬ ਦੇਣਾ ਪਏਗਾ। ਮਿਹਰਬਾਨੀ ਇਹਨਾਂ ਮੁੱਦਿਆਂ ਤੇ ਆਉਣ ਲਈ। ਰਾਸ਼ਦ ਜੀ, ਹਰਕਮਲ ਜੀ, ਰਾਜਨ ਮਾਨ, ਤੁਹਾਡਾ ਤਿੰਨਾਂ ਦਾ ਹੀ ਬਹੁਤ ਬਹੁਤ ਧੰਨਵਾਦ।
ਜਿੱਦਾਂ ਆਪਾਂ ਕਮੈਂਟਸ ਕਰਦੇ ਹਾਂ ਹਮੇਸ਼ਾ ਹੀ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਬਗੈਰ ਕਿਸੇ ਲੱਗ ਲਬੇੜ ਦੇ। ਉਮੀਦ ਹੈ ਤੁਹਾਨੂੰ ਪਸੰਦ ਆਏਗੀ ਤੇ ਤੁਸੀਂ ਜ਼ਰੂਰ ਆਪਣੇ ਕਮਿਊਨੀਕੇਸ਼ਨ ਦੇ ਜਿਹੜੇ ਸੋਰਸਸ ਆ ਉਹਨਾਂ ਤੇ ਸ਼ੇਅਰ ਵੀ ਕਰੋਗੇ, ਕਿਉਂਕਿ ਸੱਚ ਦੀ ਆਵਾਜ਼ ਪੂਰੇ ਪੰਜਾਬੀਆਂ 'ਚ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।